ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਜੁਗੋ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ, ਜਿੱਥੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਹਜ਼ੂਰੀ, ਨਾਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਇਹ ਮਹਾਰਾਜ ਜੀ ਨੇ ਰਹਿਮਤ ਕਰਕੇ ਸਾਨੂੰ ਆਪਣੀ ਜ਼ਿੰਦਗੀ ਨੇਕ ਪਾਸੇ ਲਾਉਣ ਦਾ ਸਮਾਂ ਬਖਸ਼ਿਆ ਹੈ। ਇਹ ਸਮਾਂ ਸਾਡਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਹਿਤ ਸਫਲ ਹੋ ਰਿਹਾ ਹੈ। ਆਓ ਮਹਾਰਾਜ ਦੀਆਂ ਹੋਰ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਲਈ, ਕਿਉਂਕਿ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਇਹ ਵੀ ਵੱਡੀ ਬਖਸ਼ਿਸ਼ ਹੈ, ਤੇ ਉਹਦੇ ਨਾਲ ਗੁਰੂ ਦਾ ਉਪਦੇਸ਼ ਸੁਣਨਾ ਕਮਾਉਣਾ ਇਹ ਹੋਰ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿੱਥੇ ਵੀ ਕਿਤੇ ਆਪਾਂ ਨੂੰ ਹਾਜ਼ਰੀ ਭਰਨ ਦਾ ਗੁਰ ਸਥਾਨਾਂ 'ਤੇ ਸਮਾਂ ਪ੍ਰਾਪਤ ਹੋਇਆ ਹੈ, ਉੱਥੋਂ ਹੀ ਬਿਰਤੀਆਂ ਨੂੰ ਗੁਰ ਚਰਨਾਂ 'ਚ ਜੋੜ ਕੇ ਇਕਾਗਰਤਾ ਦੇ ਸਹਿਤ ਲੜੀਵਾਰ ਗੁਰਬਾਣੀ ਉਪਦੇਸ਼ ਸਰਵਣ ਕਰਨ ਦੇ ਲਈ ਹਾਜ਼ਰੀ ਲਵਾਈਏ। ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਚਉਪਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰਮ ਪਵਿੱਤਰ ਅੰਗ ਹੈ 96। ਦੂਸਰਾ ਰਾਗ ਹੈ ਮਾਝ। ਮਾਝ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ 4 ਪਦਿਆਂ ਵਾਲੀ ਬਾਣੀ ਪ੍ਰਾਰੰਭ ਹੋ ਰਹੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ। ਇਹ ਮਹਾਰਾਜ ਨੇ ਪ੍ਰੇਮਮਈ ਜੋ ਸ਼ਬਦ ਉਚਾਰਿਆ ਹੈ। ਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਏਮਾਨ ਸੇਵਾ ਕਰਾ ਰਹੇ ਸਨ। ਇੱਕ ਦਿਨ ਲਾਹੌਰ ਤੋਂ ਚੱਲ ਕੇ ਚੌਥੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਬਾਬਾ ਸਹਾਰੀ ਮੱਲ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ। ਕਹਿਣ ਲੱਗੇ, ਮਹਾਰਾਜ ਤੁਹਾਡੇ ਭਤੀਜੇ ਦਾ ਵਿਆਹ ਹੈ, ਆਪ ਲਾਹੌਰ ਆ ਕੇ ਦਰਸ਼ਨ ਦਿਓ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਵੀ ਭਰਾਤਾ ਜੀ ਸਾਡਾ ਆਉਣਾ ਉੱਥੇ ਮੁਸ਼ਕਲ ਹੋਵੇਗਾ। ਇੱਕ ਤਾਂ ਇਹ ਹੈ ਵੀ ਜੇ ਅਸੀਂ ਉੱਥੇ ਆਏ ਤਾਂ ਸੰਗਤਾਂ ਵੀ ਉੱਧਰ ਨੂੰ ਆਉਣ ਲੱਗ ਪੈਣੀਆਂ। ਵਿਆਹ ਦਾ ਕਾਰਜ ਹੈ, ਦੋਵੇਂ ਪਾਸੇ ਰਿਸ਼ਤੇਦਾਰਾਂ ਨੂੰ ਸੰਭਾਲੋਗੇ ਵੀ ਸੰਗਤ ਨੂੰ ਸੰਭਾਲੋਗੇ। ਦੂਸਰਾ ਇੱਥੇ ਅਸੀਂ ਸੇਵਾ ਕਰਾ ਰਹੇ ਹਾਂ, ਇਹ ਕਾਰਜ ਪਿੱਛੇ ਪੈ ਜਾਣੇ ਆ, ਸਮਾਂ ਬਹੁਤਾ ਨਹੀਂ ਹੈ, ਬਹੁਤੇ ਕਾਰਜ ਕਰਾਉਣੇ ਹਨ, ਤੇ ਇਸ ਕਰਕੇ ਅਸੀਂ ਜਾ ਨਹੀਂ ਸਕਦੇ। ਫਿਰ ਉਹਨਾਂ ਕਿਹਾ, ਮਹਾਰਾਜ ਜੇ ਤੁਸੀਂ ਨਹੀਂ ਜਾਣਾ ਆਪਣੇ ਕਿਸੇ ਪੁੱਤਰ ਨੂੰ ਭੇਜ ਦਿਓ ਆਪਣੀ ਥਾਂ 'ਤੇ। ਚੌਥੇ ਪਾਤਸ਼ਾਹ ਨੇ ਸਮਾਂ ਜਾਣਿਆ ਵੀ ਨਾਲੇ ਹੁਣ ਸਮਾਂ ਵੀ ਹੈ ਵੀ ਸਾਡੇ ਥਾਂ 'ਤੇ ਮਗਰ ਇਹ ਸਾਰੀਆਂ ਸੇਵਾਵਾਂ ਜੋ ਕਰਨੀਆਂ ਹਨ, ਇਹਦੇ ਲਈ ਪਰਖਣਾ ਵੀ ਆਪਣੇ ਸਾਹਿਬਜ਼ਾਦਿਆਂ ਦੀ ਕਰ ਲੈਣੀ ਚਾਹੀਦੀ, ਕਿਉਂਕਿ ਸੰਗਤ 'ਚ ਕਈ ਜਾਣਦੇ ਸੀ ਵੀ ਪ੍ਰਿਥੀ ਚੰਦ ਨੂੰ ਮਹਾਰਾਜ ਗੁਰਿਆਈ ਦੇਣਗੇ, ਕੋਈ ਇਹ ਜਾਣਦਾ ਸੀ ਵੀ ਮਹਾਦੇਵ ਜਿਹੜਾ ਹੈ ਇਹਦੇ ਮਸਤਾਨਾ ਹੀ ਹੈ,
ਕੋਈ ਕਹਿੰਦੇ ਸੀ ਵੀ ਅਰਜਨ ਦੇਵ ਜੀ ਤਾਂ ਹਾਲੇ ਛੋਟੇ ਹੀ ਹਨ। ਇਸ ਤਰ੍ਹਾਂ ਸੰਗਤ ਨੂੰ ਵੀ ਇਹ ਪਤਾ ਲੱਗ ਜਾਵੇ। ਪ੍ਰਿਥੀ ਚੰਦ ਤਾਂ ਇਹੀ ਮੰਨ ਕੇ ਬੈਠਾ ਸੀ ਵੀ ਗੁਰੂ ਮੈਂ ਹੀ ਹਾਂ, ਵੀ ਸੰਗਤ 'ਚ ਵੀ ਨਤਾਰਾ ਹੋ ਜਾਵੇ ਵੀ ਉਮਰ ਦਾ ਹਿਸਾਬ ਜਾਂ ਕੋਈ ਬਹੁਤਾ ਅੱਗੇ ਪਿੱਛੇ ਭੱਜੇ ਫਿਰਨਾ, ਕਹਿਣਾ ਵੀ ਮੈਂ ਚੰਗਾ ਪ੍ਰਬੰਧਕ ਹਾਂ, ਇਹ ਕੋਈ ਗੁਰਿਆਈ ਦੀ ਨਿਸ਼ਾਨੀ ਨਹੀਂ। ਸਾਹਿਬਾਂ ਨੇ ਦੋਵੇਂ ਕਾਰਜ ਕਰਨ ਲਈ, ਵੀ ਵਿਆਹ ਦਾ ਕਾਰਜ ਵੀ ਹੋਵੇ ਤੇ ਨਾਲ ਅਸੀਂ ਪਰਖ ਵੀ ਕਰੀਏ ਵੀ ਸਾਡਾ ਵਚਨ ਮੰਨਦਾ ਕੌਣ ਹੈ, ਕਿਉਂਕਿ ਵਚਨ ਮੰਨਣਾ ਹੀ ਸਿੱਖੀ ਹੈ। ਬਾਬਾ ਪ੍ਰਿਥੀ ਚੰਦ ਬੈਠੇ ਸੀ, ਕਹਿਣ ਲੱਗੇ ਪ੍ਰਿਥੀ ਚੰਦ ਜੀ ਇਹ ਤੁਹਾਡੇ ਭਰਾ ਦਾ ਵਿਆਹ ਹੈ, ਤੁਹਾਡੇ ਤਾਇਆ ਜੀ ਕਹਿੰਦੇ ਨੇ ਲਾਹੌਰ ਜਾ ਕੇ ਇਹਨਾਂ ਦੇ ਵਿਆਹ ਦੇ ਕਾਰਜ ਕਰਕੇ ਆਓ। ਪ੍ਰਿਥੀ ਚੰਦ ਸੁਣ ਕੇ ਉਸ ਵੇਲੇ ਉਹਦੇ ਮਨ ਦੇ ਵਿੱਚ ਕਪਟ ਸੀ। ਉਹਦੇ ਮਨ ਵਿੱਚ ਇਹ ਖਿਆਲ ਹੈ ਕਿ ਤੀਸਰੇ ਪਾਤਸ਼ਾਹ ਨੇ ਕਿਹਾ ਸੀ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਜੋ ਉਮਰਾ ਹੈ ਉਹ 6 ਸਾਲ ਅਸੀਂ ਆਪਣੀ ਜੀਵਨ ਵਿੱਚੋਂ ਬਖਸ਼ ਰਹੇ ਹਾਂ, ਅਤੇ ਉਹ ਸਮਾਂ ਕੋਈ ਬਹੁਤਾ ਨਹੀਂ ਹੈ, ਮੈਨੂੰ ਨੇੜੇ ਹੀ ਰਹਿਣਾ ਚਾਹੀਦਾ, ਆਪਣਾ ਕੰਟਰੋਲ ਰੱਖਣਾ ਚਾਹੀਦਾ। ਦੂਜਾ ਕਹਿਣ ਲੱਗਾ ਮਹਾਰਾਜ ਮੇਰੇ ਬਿਨਾਂ ਤਾਂ ਗਿਆ ਸਰਨਾ ਹੀ ਨਹੀਂ, ਇੱਥੇ ਸਾਰੀ ਮਾਇਆ ਵੀ ਸੰਭਾਲਣੀ ਹੁੰਦੀ ਹੈ, ਪ੍ਰਬੰਧ ਮੈਂ ਵੇਖਦਾ, ਆਏ ਗਏ ਨੂੰ ਮੰਜਾ ਬਿਸਤਰਾ ਦੇਣਾ, ਮਸੰਦਾਂ ਨੂੰ ਸਰੋਪਾ ਉਹ ਦੇਣੇ, ਇਹ ਸਾਰਾ ਕੁਝ ਮੈਂ ਵੇਖਦਾ, ਮੇਰੇ ਤੋਂ ਬਗੈਰ ਪ੍ਰਬੰਧ ਨਹੀਂ ਚੱਲਣਾ ਅੰਮ੍ਰਿਤਸਰ ਸਾਹਿਬ ਦਾ, ਮੇਰਾ ਜਾਣਾ ਮੁਸ਼ਕਲ ਹੈ। ਸਤਿਗੁਰੂ ਕਹਿੰਦੇ ਕੋਈ ਨਹੀਂ, ਕੁਝ ਦਿਨ ਕਿਸੇ ਹੋਰ ਸਿੱਖ ਨੂੰ ਜ਼ਿੰਮੇਵਾਰੀ ਦੇ ਦਿੰਦੇ ਆ। ਹੁਣ ਇਹ ਇੱਦਾਂ ਕਰਦਾ ਸੀ ਵੀ ਅੱਧੀ ਮਾਇਆ ਰੱਖ ਕੇ ਘਰੇ ਲੈ ਜਾਂਦਾ ਸੀ ਤੇ ਅੱਧੀ ਮਾਇਆ ਲਾਉਂਦਾ ਸੀ ਸੇਵਾ 'ਚ। ਇਹਨੂੰ ਇਹ ਆਇਆ ਵੀ ਜੇ ਮੈਂ ਚਲਾ ਗਿਆ ਪਾਜ ਉਗੜ ਜਾਊ ਮੇਰਾ। ਤਾਂ ਕਹਿਣ ਲੱਗਾ ਨਾ ਮਹਾਰਾਜ ਗਰਮੀ ਬਹੁਤ ਹੈ, ਮੈਨੂੰ ਔਖਾ ਹੋਊਗਾ, ਇਸ ਕਰਕੇ ਤੁਸੀਂ ਹੋਰ ਕਿਸੇ ਨੂੰ ਭੇਜ ਦਿਓ। 3 ਵਾਰਾਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਪੁੱਤਰ ਜੀ ਜਾਓ, ਤੁਸੀਂ ਸਾਡਾ ਵਚਨ ਮੰਨ ਕੇ, ਕੋਈ ਨਹੀਂ ਪ੍ਰਬੰਧ ਚੱਲਦੇ ਰਹਿਣਗੇ। ਫਿਰ ਇਹਨੇ ਨਾ ਕੀਤੀ, ਦੂਜੀ ਵਾਰ ਤੀਸਰੀ ਵਾਰਾਂ ਵੀ ਨਾ ਕਰਕੇ ਨੀਵੀਂ ਪਾ ਕੇ ਬੈਠਾ ਰਿਹਾ, ਬੋਲਿਆ ਹੀ ਕੁਝ ਨਾ। ਸਤਿਗੁਰੂ ਮਹਾਰਾਜ ਨੇ ਬਾਬੇ ਮਹਾਦੇਵ ਜੀ ਨੂੰ ਕਿਹਾ ਪੁੱਤਰ ਜੀ ਤੁਸੀਂ ਆਪਣੇ ਤਾਏ ਦੇ ਪੁੱਤਰ ਵੱਡੇ ਭਾਈ ਦੇ ਵਿਆਹ ਕਾਰਜਾਂ ਵਿੱਚ ਜਾ ਕੇ ਸ਼ਾਮਲ ਹੋਵੋ ਲਾਹੌਰ। ਮਹਾਦੇਵ ਕਹਿਣ ਲੱਗੇ ਮਹਾਰਾਜ ਕੌਣ ਤਾਇਆ, ਕਿਹੜਾ ਵਿਆਹ? ਉਹ ਮਸਤਾਨੇ ਹੀ ਸਨ ਕਿ ਇਹਨਾਂ ਰਿਸ਼ਤੇਦਾਰੀਆਂ ਤੋਂ ਲੈਣਾ ਹੀ ਕੀ ਹੈ, ਮੇਰਾ ਤਾਂ ਕੋਈ ਇਹਨਾਂ ਨਾਲ ਮੋਹ ਪਿਆਰ ਹੀ ਨਹੀਂ ਹੈ। ਉਹ ਇਹਨਾਂ ਵਚਨ ਕਹਿ ਕੇ ਚੁੱਪ ਹੋ ਗਏ। ਫਿਰ 5ਵੇਂ ਪਾਤਸ਼ਾਹ ਸੇਵਾ ਕਰ ਰਹੇ ਸਨ, ਸੁਨੇਹਾ ਭੇਜਿਆ, ਸੇਵਕ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੁਲਾ ਕੇ ਲੈ ਕੇ ਆਏ, ਅਤੇ ਉਸ ਵੇਲੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਅਤੇ ਹੱਥ ਜੋੜੇ। ਮਹਾਰਾਜ ਹੁਕਮ ਕਹਿਣ ਲੱਗੇ ਪੁੱਤਰ ਜੀ ਇਉਂ ਕਰੋ ਵੀ ਤੁਸੀਂ ਲਾਹੌਰ ਜਾਓ, ਤੁਹਾਡੇ ਤਾਏ ਦੇ ਪੁੱਤ ਵੱਡੇ ਭਾਈ ਦਾ ਵਿਆਹ ਹੈ, ਉੱਥੇ ਤੁਸੀਂ ਇਹਨਾਂ ਦੇ ਕੋਲ ਰਹਿ ਕੇ ਵਿਆਹ ਦੇ ਕਾਰਜਾਂ ਦੇ ਵਿੱਚ ਮਦਦ ਕਰਾਓ। ਉਸੇ ਵੇਲੇ 7 ਵਚਨ ਕਿਹਾ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ। ਜਦੋਂ ਤੁਰਨ ਲੱਗੇ ਤੇ ਨਾਲ ਹੀ ਮਹਾਰਾਜ ਨੇ ਪਰਖਣਾ ਵਾਸਤੇ ਵੀ ਵਚਨ ਕਹਿ ਦਿੱਤਾ ਹੈ ਵੀ ਪੁੱਤਰ ਜੀ ਜਦੋਂ ਵਿਆਹ ਦੇ ਕਾਰਜ ਪੂਰੇ ਹੋ ਜਾਣ ਨਾ 1 ਮਹੀਨਾ ਇਹਨਾਂ ਦੇ ਘਰੇ ਮਦਦ ਕਰਾਓ। ਉਸ ਤੋਂ ਬਾਅਦ ਲਾਹੌਰ ਦੇ ਵਿੱਚ ਜਿੱਥੇ ਸਾਡਾ ਜਨਮ ਸਥਾਨ ਹੈ, ਜੋ ਸਾਡਾ ਘਰ ਹੈ, ਉੱਥੇ ਧਰਮਸ਼ਾਲਾ ਸੰਗਤ ਦੇ ਆਉਣ ਜਾਣ ਲਈ ਗੁਰੂ ਘਰ ਕਾਇਮ ਕਰਨਾ ਹੈ। ਇਹ ਵੀ ਨਾਲ ਹੁਕਮ ਕਰ ਦਿੱਤਾ ਜਿੰਨਾ ਚਿਰ ਅਸੀਂ ਆਪ ਨਾ ਸੁਨੇਹਾ ਭੇਜ ਕੇ ਬੁਲਾਈਏ ਅੰਮ੍ਰਿਤਸਰ ਸਾਹਿਬ ਆਉਣ ਦਾ, ਉਹਨਾਂ ਚਿਰ ਤੁਸੀਂ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਉਣਾ ਨਹੀਂ ਹੈ। 5ਮ ਪਾਤਸ਼ਾਹ 7 ਵਚਨ ਕਹਿ ਕੇ ਪਿਤਾ ਜੀ ਦੀ ਆਗਿਆ ਦੇ ਨਾਲ ਲਾਹੌਰ ਆ ਗਏ। ਸਰੀਰ ਆ ਗਿਆ, ਮਨ ਭਾਵੇਂ ਗੁਰ ਚਰਨਾਂ 'ਚ ਹੀ ਰਿਹਾ। 1 ਮਹੀਨਾ ਵਿਆਹ ਦੇ ਕਾਰਜਾਂ ਦੇ ਵਿੱਚ ਸ਼ਾਮਲ ਹੋਏ ਰਹੇ। ਫਿਰ ਧਰਮਸ਼ਾਲਾ ਦੇ ਵਿੱਚ ਆ ਕੇ ਮਹਾਰਾਜ ਬਿਰਾਜਮਾਨ ਹੋਏ। ਗੁਰੂ ਦੇ ਹੁਕਮ ਦੇ ਨਾਲ ਕਥਾ ਕੀਰਤਨ ਸਿੱਖ ਸੰਗਤਾਂ ਨੂੰ ਮਹਾਰਾਜ ਆਪ ਸੁਣਾਉਂਦੇ ਨੇ। 15 ਕੁ ਵਰ੍ਹਿਆਂ ਦੀ ਸਤਿਗੁਰੂ ਸਾਹਿਬ ਜੀ ਦੀ ਉਮਰ ਹੈ ਉਸ ਵੇਲੇ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਜਦੋਂ 7-8 ਮਹੀਨੇ ਦਾ ਸਮਾਂ ਲੰਘਿਆ, ਉਦੋਂ ਮਨ ਵਿੱਚ ਆਇਆ ਵੀ ਪਿਤਾ ਜੀ ਨੇ ਚਿੱਠੀ ਲਿਖ ਕੇ ਭੇਜੀ ਹੋਈ ਨਹੀਂ ਹੈ, ਕੋਈ ਸੁਨੇਹਾ ਹੀ ਨਹੀਂ, ਪੱਤਰ ਨਹੀਂ ਆਇਆ, ਮਹਾਰਾਜ ਨੇ ਭੁਲਾ ਹੀ ਦਿੱਤਾ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜੋ ਪੱਤਰਕਾ ਲਿਖੀ, 3 ਪੱਤਰਕਾ ਲਾਹੌਰੋਂ ਲਿਖੀਆਂ ਸਨ। ਉਹ ਤੇ ਚੌਥੀ ਫਿਰ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੇ ਹਜ਼ੂਰ ਗੁਰਗੱਦੀ ਪ੍ਰਾਪਤ ਹੋਣ ਤੋਂ ਬਾਅਦ ਗੁਰੂ ਦੇ ਹੁਕਮ ਨਾਲ ਲਿਖੀ ਸੀ। ਉਹ 4 ਪਦਿਆਂ ਵਾਲਾ ਜਿਹੜਾ ਸ਼ਬਦ ਹੈ, ਜਿਵੇਂ ਆਪਣਾ ਪਿਆਰ ਮਹਾਰਾਜ ਪ੍ਰਗਟ ਕਰਦੇ ਨੇ,
ਸਤਿਗੁਰਾਂ ਨਾਲ ਮਿਲਣ ਦੀ ਇੱਛਾ ਸੀ, ਤਾਂਘ ਸੀ। ਉਹ ਇੱਛਾ ਨੂੰ ਜਿਵੇਂ ਜ਼ਾਹਰ ਕੀਤਾ, ਇਹਦੇ ਵਿੱਚ ਜਗਿਆਸੂ ਦੀ ਵੀ ਭਾਵਨਾ ਆ ਜਾਏਗੀ ਤੇ ਆਪਣਾ ਵੀ ਗੁਰੂ ਸਾਹਿਬ ਦਾ ਜੋ ਪ੍ਰੇਮ ਹੈ ਉਹ ਲਾਹੌਰ ਤੋਂ ਚਿੱਠੀ ਲਿਖ ਕੇ ਜਿਵੇਂ ਮਹਾਰਾਜ ਨੇ ਪ੍ਰਗਟ ਕੀਤਾ। ਉਹ ਸ਼ਬਦ ਫਿਰ ਗੁਰਿਆਈ ਤੇ ਜਦੋਂ ਬੈਠ ਗਏ ਸਨ, ਗੁਰੂ ਸਾਹਿਬ ਦੀ ਆਗਿਆ ਦੇ ਨਾਲ ਨਾਨਕ ਪਦ ਦੀ ਮੋਹਰ ਲਾ ਕਰਕੇ ਤੇ ਫਿਰ ਸਾਰਾ ਹੀ ਸ਼ਬਦ ਸੰਪੂਰਨ ਕੀਤਾ ਸੀ। ਪਹਿਲੀਆਂ 3 ਜਿਹੜੀਆਂ ਪੌੜੀਆਂ ਨੇ, 3 ਪਦੇ ਨੇ, ਉਹਨਾਂ 'ਚ ਨਾਨਕ ਨਾਮ ਦੀ ਵਰਤੋਂ ਨਹੀਂ ਕੀਤੀ। ਫਿਰ ਚੌਥੀ ਪੌੜੀ ਦੇ ਵਿੱਚ ਮਹਾਰਾਜ ਨੇ ਪਦੇ ਦੇ ਵਿੱਚ ਗੁਰਿਆਈ ਮਿਲਣ ਤੋਂ ਬਾਅਦ ਨਾਨਕ ਨਾਮ ਦੀ ਵਰਤੋਂ ਕੀਤੀ ਹੈ। ਇਹ ਇਤਿਹਾਸਕ ਸ਼ਬਦ ਸਤਿਗੁਰੂ ਮਹਾਰਾਜ ਦੇ ਪ੍ਰੇਮ ਦਾ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਵਿੱਚ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਚੌਪਦੇ 4-4 ਪਦਿਆਂ ਵਾਲੇ ਸ਼ਬਦ ਪੰਜਵੇਂ ਪਾਤਸ਼ਾਹ ਦੇ ਆਉਣਗੇ। ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤੇ ਹਨ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਲਾਹੌਰੋਂ ਮਹਾਰਾਜ ਸਾਹਿਬ ਜੀ ਨੇ ਪੱਤਰਕਾ ਲਿਖੀ ਚੌਥੇ ਪਾਤਸ਼ਾਹ ਨੂੰ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਹੇ ਸਤਿਗੁਰੂ ਰਾਮਦਾਸ ਸਾਹਿਬ ਪਿਤਾ ਸਤਿਗੁਰੂ ਜੀ, ਜੋ ਮੇਰਾ ਮਨ ਹੈ ਉਹ ਲੋਚੈ, ਲੋਚਦਾ ਚਾਹੁੰਦਾ ਹੈ। ਕਾਹਦੇ ਲਈ? ਗੁਰ ਦਰਸ਼ਨ ਤਾਈ। ਆਪ ਜੀ ਦੇ ਦਰਸ਼ਨਾਂ ਨੂੰ ਚਾਹੁੰਦਾ ਰਹਿੰਦਾ ਹੈ ਮੇਰਾ ਮਨ। ਮੇਰੇ ਮਨ ਦੇ ਵਿੱਚ ਬਹੁਤ ਤੀਬਰ ਇੱਛਾ ਰਹਿੰਦੀ ਹੈ ਆਪ ਜੀ ਦੇ। ਮਹਾਰਾਜ ਜਿਵੇਂ ਪਹਿਲਾਂ ਦਰਸ਼ਨ ਕਰਦੇ ਸੀ ਉਸੇ ਤਰ੍ਹਾਂ ਹੀ ਫੇਰ ਦਰਸ਼ਨ ਪ੍ਰਾਪਤ ਹੋਣ। ਬਿਲਪ ਘਰੇ ਚਾਤ੍ਰਿਕ ਕੀ ਨਿਆਈ। ਅਤੇ ਬਿਲਪ ਕਰੇ, ਵਿਰਲਾਪ ਕਰਦਾ ਹੈ। ਕਿਵੇਂ ਵਿਰਲਾਪ ਕਰਦਾ? ਕਹਿੰਦੇ ਚਾਤ੍ਰਿਕ ਕੀ ਨਿਆਈ। ਜਿਵੇਂ ਪਪੀਹਾ ਸਵਾਂਤੀ ਬੂੰਦ ਵਾਸਤੇ ਪੁਕਾਰਾਂ ਕਰਦਾ, ਚਾਹੁੰਦਾ ਹੈ ਵੀ ਬੱਦਲ ਵਰਸਣ ਤੇ ਮੈਨੂੰ ਸਵਾਂਤੀ ਬੂੰਦ ਪ੍ਰਾਪਤ ਹੋਵੇ। ਐਵੇਂ ਮਹਾਰਾਜ ਮੇਰਾ ਮਨ ਰੂਪੀ ਪਪੀਹਾ ਜਿਹੜਾ ਚਾਤ੍ਰਿਕ ਹੈ ਨਾ, ਇਹ ਮਨ ਮੇਰਾ ਪਪੀਹੇ ਦੀ ਨਿਆਈ ਵਿਰਲਾਪ ਕਰਦਾ, ਤੜਫਦਾ ਰਹਿੰਦਾ ਹੈ ਹਰ ਸਮੇਂ ਆਪ ਜੀ ਨੂੰ ਵੇਖਣ ਦੇ ਲਈ। ਤ੍ਰਿਖਾ ਨ ਉਤਰੈ ਸ਼ਾਂਤ ਨਾ ਆਵੈ। ਤੇ ਜਿਵੇਂ ਭਾਵੇਂ ਨਦੀਆਂ 'ਚ, ਹੋਰ ਦਰਿਆਵਾਂ 'ਚ, ਨਾਲਿਆਂ, ਸਮੁੰਦਰ ਦਾ ਪਾਣੀ ਬਹੁਤ ਹੈ, ਪਰ ਜਿਹੜਾ ਪਪੀਹਾ ਹੈ ਨਾ ਉਹਨੂੰ ਉਹ ਪਾਣੀ ਕਿਸੇ ਕੰਮ ਨਹੀਂ, ਕਿਉਂਕਿ ਉਹਦੇ ਗਲੇ 'ਚ ਸੇਕ ਹੈ। ਜਦੋਂ ਪਾਣੀ ਪੀਂਦਾ ਉਹ ਸੁਰਾਖ ਦੇ ਰਾਹੀਂ ਬਾਹਰ ਨਿਕਲ ਜਾਂਦਾ, ਪਰ ਉੱਪਰੋਂ ਜਦੋਂ ਵਰਖਾ ਹੋਵੇ ਬੱਦਲਾਂ ਦੀ, ਸਵਾਂਤੀ ਬੂੰਦ ਸਿਰ ਦੇ ਵਿੱਚ ਪਵੇ ਫਿਰ ਇਹਦੀ ਪਿਆਸ ਮਿਟਦੀ ਹੈ। ਇਸੇ ਪ੍ਰਕਾਰ ਮਹਾਰਾਜ ਭਾਵੇਂ ਬਹੁਤ ਗ੍ਰੰਥਾਂ ਦੇ ਗਿਆਨ ਹਨ, ਗ੍ਰੰਥ ਪੜ੍ਹੇ ਜਾ ਸਕਦੇ ਨੇ, ਵੇਦ ਸ਼ਾਸਤਰ ਹੋਰ ਗ੍ਰੰਥ, ਪਰ ਤ੍ਰਿਖਾ ਨਾ ਉਤਰੈ। ਮਹਾਰਾਜ ਜੀਓ ਆਪ ਜੀ ਦੇ ਦਰਸ਼ਨ ਰੂਪ ਸਵਾਂਤੀ ਬੂੰਦ ਦੀ, ਆਪ ਜੀ ਦੇ ਉਪਦੇਸ਼ ਰੂਪੀ ਸਵਾਂਤੀ ਬੂੰਦ ਦੀ ਪ੍ਰਾਪਤੀ ਤੋਂ ਬਗੈਰ ਸਾਡੀ ਤਿਖਾ ਪਿਆਸ ਉਤਰਦੀ ਨਹੀਂ ਹੈ। ਸਾਡੇ ਮਨ ਵਿੱਚ ਤਾਂ ਪਿਆਸ ਤੁਹਾਡੇ ਦਰਸ਼ਨ ਕਰਨ ਦੀ ਲੱਗੀ ਹੈ, ਤੁਹਾਡਾ ਉਪਦੇਸ਼ ਰੂਪੀ ਸਵਾਂਤੀ ਬੂੰਦ ਨੂੰ ਪ੍ਰਾਪਤ ਕਰਨ ਦੀ ਚਾਹਨਾ ਹੈ। ਸ਼ਾਂਤ ਨਾ ਆਵੇ, ਜਿਸ ਕਰਕੇ ਸਾਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਧੀਰਜ ਪ੍ਰਾਪਤ ਨਹੀਂ ਹੁੰਦੀ। ਹਰ ਸਮੇਂ ਚਿੱਤ ਮਹਾਰਾਜ ਘਾਬਰਦਾ ਖਿੱਚਿਆ ਹੁੰਦਾ ਹੈ ਆਪ ਜੀ ਵੱਲ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੇ ਸੰਤਾਂ ਦੇ ਪਿਆਰੇ ਜਾਂ ਸੰਤ ਸ਼ਾਂਤ ਰੂਪ ਸਾਡੇ ਪਿਆਰੇ ਸਤਿਗੁਰੂ ਜੀ, ਆਪ ਜੀ ਦੇ ਦਰਸ਼ਨ ਦੀਦਾਰ ਕੀਤੇ ਤੋਂ ਬਗੈਰ ਸਾਨੂੰ ਧੀਰਜ ਨਹੀਂ ਆਉਂਦੀ, ਸਾਡੀ ਦਰਸ਼ਨਾਂ ਦੀ ਪਿਆਸ ਨਹੀਂ ਮਿਟਦੀ। ਹਉ ਘੋਲੀ ਜੀਓ ਘੋਲ ਘੁਮਾਈ। ਹਉ ਘੋਲੀ ਮਹਾਰਾਜ, ਮੈਂ ਬਾਣੀ ਕਰਕੇ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ, ਆਪਣੇ ਆਪ ਨੂੰ ਘੋਲੀ ਘੁਮਾਉਂਦਾ, ਸਦਕੇ ਜਾਣਾ, ਪ੍ਰਕੰਮਿਆ ਕਰਦਾ ਹਾਂ। ਜੀਓ ਘੋਲ ਘੁਮਾਈ, ਆਪਣਾ ਜੀਓ, ਆਪਣਾ ਹਿਰਦਾ ਵੀ ਆਪ ਜੀ ਤੋਂ ਪਾਤਸ਼ਾਹ ਕੁਰਬਾਨ ਕਰਦੇ ਹੈ, ਤੇ ਸਰੀਰ ਵੀ ਤੁਹਾਡੇ ਉੱਪਰੋਂ ਘੁਮਾਉਂਦੇ ਆ, ਤੁਹਾਡੇ ਤੋਂ ਕੁਰਬਾਨ ਸਦਕੇ ਕਰਦੇ ਹਾਂ ਜੀ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਸੰਤਾਂ ਦੇ ਪਿਆਰੇ ਗੁਰੂ ਰਾਮਦਾਸ ਸਾਹਿਬ ਜੀ, ਇਹ ਮਹਾਰਾਜ ਜੋ ਤੁਹਾਡੇ ਦਰਸ਼ਨ ਹਨ ਉਹਨਾਂ ਤੋਂ ਅਸੀਂ ਸਦਕੇ ਹਾਂ, ਤੁਹਾਡੇ ਦਰਸ਼ਨਾਂ ਦੀ ਸਾਨੂੰ ਚਾਹ ਹੈ। ਤੁਸੀਂ
ਮਹਾਰਾਜ ਸੰਤ ਸ਼ਾਂਤ ਰੂਪ ਸਾਰਿਆਂ ਦੇ ਪਿਆਰੇ, ਵਾਹਿਗੁਰੂ ਨਾਲ ਪਿਆਰ ਜੋੜਨ ਵਾਲੇ ਹੈ ਗੁਰੂ ਸਾਹਿਬ ਜੀ। ਆਪ ਜੀ ਦੇ ਦਰਸ਼ਨਾਂ ਤੋਂ ਅਸੀਂ ਸਦਕੇ ਹਾਂ, ਤੁਹਾਡੇ ਦਰਸ਼ਨਾਂ ਦੀ ਖਾਹਿਸ਼ ਹੈ। ਇਵੇਂ ਸਾਧ ਸੰਗਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰੇਮ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਪੱਤਰਕਾ ਲਿਖੀ। ਜਿਹੜਾ ਨਿਕਟਵਰਤੀ ਸੇਵਕ ਸੀ ਉਹਨੂੰ ਕਿਹਾ ਵੀ ਇਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਵੀਂ। ਆਇਆ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਪਹੁੰਚਿਆ। ਇਹਨੂੰ ਪ੍ਰਿਥੀ ਚੰਦ ਬਾਬਾ ਪ੍ਰਿਥੀਆ ਰਾਹ ਵਿੱਚ ਟੱਕਰ ਗਿਆ ਮਹਾਰਾਜ ਦੇ ਦਰਵਾਜ਼ੇ ਅੱਗੇ। ਉਹਨੇ ਵੇਖਿਆ ਵੀ ਸਿੱਖ ਘੱਟਾ ਮਿੱਟੀ ਦੇ ਨਾਲ ਬਸਤਰ, ਚਿਹਰਾ ਇਹਦਾ ਭਰਿਆ ਹੈ, ਕਿਤੇ ਦੂਰੋਂ ਆਇਆ ਜਾਪਦਾ। ਪੁੱਛਿਆ ਵੀ ਸਿੱਖਾ ਕਿੱਥੋਂ ਆਇਆ? ਕਹਿੰਦੇ ਲਾਹੌਰੋਂ ਆਇਆ। ਕਿੱਧਰ ਆਇਆ? ਇਹ ਪੱਤਰਕਾ ਭੇਜੀ ਸੀ ਗੁਰੂ ਪੰਜਵੇਂ ਪਾਤਸ਼ਾਹ ਨੇ। ਉਹਨੇ ਤਾਂ ਨਾਮ ਹੀ ਲਿਆ ਹੋਊਗਾ ਉਦੋਂ, ਪਰ ਹੁਣ ਗੁਰੂ ਸ਼ਬਦ ਹੀ ਯੋਗ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਿੱਠੀ ਭੇਜੀ ਹੈ, ਤੁਹਾਡੇ ਛੋਟੇ ਭਾਈ ਨੇ। ਪ੍ਰਿਥੀ ਚੰਦ ਜੀ ਨੇ ਖੋਲ੍ਹ ਕੇ ਪੜ੍ਹੀ, ਵੇਖਿਆ ਵੀ ਇਹ ਤਾਂ ਪਿਤਾ ਗੁਰੂ ਸਾਹਿਬ ਵਾਂਗ ਹੀ ਬਾਣੀ ਉਚਾਰਨ ਲੱਗ ਪਏ ਨੇ। ਬੜਾ ਕਲਪਿਆ ਮਨ ਦੇ ਵਿੱਚ ਵੀ ਇਹ ਜੇ ਚੌਥੇ ਗੁਰਾਂ ਕੋਲ ਚਿੱਠੀ ਚਲੇਗੀ, ਇਹ ਨਾ ਹੋਵੇ ਵੀ ਉਹ ਖੁਸ਼ ਹੋ ਕੇ ਗੁਰਿਆਈ ਉਹਨੂੰ ਦੇ ਦੇਣ। ਕਹਿਣ ਲੱਗਾ ਤੂੰ ਇਉਂ ਕਰ, ਹੁਣ ਰਾਤ ਹੋ ਚੱਲੀ, ਵਿਸ਼ਰਾਮ ਕਰ ਤੇ ਸਵੇਰੇ ਕੋਈ ਨਹੀਂ ਫਿਰ ਤੈਨੂੰ ਦੱਸਦੇ ਆ। ਪੱਤਰਕਾ ਆਪਣੇ ਕੋਲ ਰੱਖ ਲਈ। ਸਵੇਰੇ ਉਹ ਸਿੱਖ ਨੂੰ ਕਹਿਤਾ ਵੀ ਗੁਰੂ ਰਾਮਦਾਸ ਸਾਹਿਬ ਬਹੁਤ ਖੁਸ਼ ਨੇ। ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਤੇ ਖੁਸ਼ ਹਾਂ, ਲਾਹੌਰ ਦੇ ਵਿੱਚ ਰਹਿ ਕੇ ਤੇ ਇੱਦਾਂ ਹੀ ਕਥਾ ਕੀਰਤਨ ਸਿੱਖ ਸੰਗਤਾਂ ਨੂੰ ਸੁਣਾਓ, ਸੁਨੇਹਾ ਭੇਜ ਦਾਂਗੇ ਜਦੋਂ ਅਸੀਂ ਤੁਹਾਨੂੰ ਸੱਦਣਾ ਹੋਏਗਾ। ਉਹ ਸਿੱਖ ਨੇ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿਤਾ ਵੀ ਚੌਥੇ ਪਾਤਸ਼ਾਹ ਬਹੁਤ ਖੁਸ਼ ਹਨ। ਉਹ ਕਹਿੰਦੇ ਵੀ ਇੱਥੇ ਹੀ ਰਹੋ। ਕੁਝ ਸਮਾਂ ਹੋਰ, ਕੁਝ ਮਹੀਨੇ ਲੰਘੇ ਤਾਂ ਮਨ ਵਿੱਚ ਤੜਫਣ ਆਈ ਵੀ ਚਿੱਠੀ ਭੇਜੀ ਹੈ, ਪਤਾ ਨਹੀਂ ਹੈ ਵੀ ਪਿਤਾ ਜੀ ਨੇ ਸਾਨੂੰ ਬੁਲਾਉਣ ਵਾਸਤੇ ਸੁਨੇਹਾ ਵਾਪਸ ਕਿਉਂ ਨਹੀਂ ਭੇਜਿਆ। ਕੁਝ ਸਮੇਂ ਬਾਅਦ ਫਿਰ ਹੋਰ ਇੱਕ ਚਿੱਠੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖੀ। ਉਹ ਜੋ ਪੱਤਰਕਾ ਲਿਖੀ ਮਹਾਰਾਜ ਜੀ ਨੇ, ਉਹ ਅਗਲਾ ਪਦਾ ਆ ਰਿਹਾ ਹੈ। ਰਹਾਉ ਪਹਿਲਾ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਚਾਰ ਹੀ ਪਦੇ ਤੇ ਚਾਰ ਹੀ ਰਹਾਉ ਇਹਦੇ ਵਿੱਚ ਸਤਿਗੁਰਾਂ ਕਹੇ ਹਨ। ਤੇਰਾ ਮੁਖ ਸੁਹਾਵਾ ਜੀਓ। ਪੰਚਮ ਪਾਤਸ਼ਾਹ ਲਿਖਦੇ ਨੇ, ਹੇ ਸਤਿਗੁਰੂ ਸਾਹਿਬ ਜੀ, ਤੇਰਾ ਤੁਹਾਡਾ ਜਿਹੜਾ ਮੁਖ ਮੁਖਾਰ ਬਿੰਦ ਹੈ। ਹੁਣ ਮਹਾਰਾਜ ਦਾ ਜੋ ਸੁਭਾਅ ਸੀ ਨਾ, ਜਿਵੇਂ ਚੌਥੇ ਸਤਿਗੁਰਾਂ ਦਾ, ਉਹ ਸੁਭਾਅ ਪੰਚਮ ਪਾਤਸ਼ਾਹ ਚਿੱਠੀ ਦੇ ਵਿੱਚ ਲਿਖਦੇ ਨੇ। ਤੇਰਾ ਮੁਖ ਸੁਹਾਵਾ ਜੀਓ। ਸਤਿਗੁਰੂ ਜੀ, ਜਿਹੜਾ ਤੁਹਾਡਾ ਮੁਖਾਰ ਬਿੰਦ ਹੈ, ਤੁਹਾਡਾ ਜਿਹੜਾ ਮੁਖੜਾ ਹੈ ਨਾ, ਬੜਾ ਹੀ ਸੁਹਾਵਾ ਸ਼ੋਭਨੀਕ ਹੈ, ਬੜਾ ਹੀ ਸੋਹਣਾ ਲੱਗਦਾ, ਬਹੁਤ ਹੀ ਮਹਾਰਾਜ ਫੱਬਦਾ ਹੈ ਜੀ। ਸਹਿਜ ਧੁਨ ਬਾਣੀ। ਤੇ ਮਹਾਰਾਜ ਫਿਰ ਸਹਿਜ ਸਹੀ ਜਈ ਧੁਨ ਬੜੀ ਹੀ ਸੁੰਦਰ ਬਾਣੀ ਆਪ ਜੀ ਦੇ ਮੁਖਾਰ ਬਿੰਦ ਤੋਂ ਹਰ ਸਮੇਂ ਉਚਾਰਨ ਹੁੰਦੀ ਰਹਿੰਦੀ ਹੈ। ਧੁਨ ਧੁਨੀ ਨਾਮ ਉਚਾਰਨ ਦਾ ਵੀ ਹੈ ਤੇ ਧੁਨ ਨਾਮ ਸੁੰਦਰ ਦਾ ਵੀ ਹੈ। ਸਹਿਜ ਧੁਨ ਬਾਣੀ, ਮਹਾਰਾਜ ਸਹਿਜ ਗਿਆਨ ਅਤੇ ਸਹਿਜ ਸ਼ਾਂਤੀ ਦੇ ਦੇਣ ਵਾਲੀ ਜਿਹੜੀ ਬਾਣੀ ਹੈ, ਇਹ ਆਪ ਜੀ ਸਦਾ ਹੀ ਧੁਨ ਉਚਾਰਨ ਕਰਦੇ ਰਹਿੰਦੇ ਹੋ। ਐਸਾ ਆਪ ਜੀ ਦਾ ਸੁੰਦਰ ਮੁਖੜਾ ਹੈ। ਜਾਂ ਸਹਿਜੇ ਹੀ ਮਹਾਰਾਜ ਪਰਮੇਸ਼ਰ ਦੀ ਸਿਫਤ ਰੂਪੀ ਅੰਮ੍ਰਿਤ ਬਾਣੀ ਦੀ ਧੁਨੀ ਹਰ ਸਮੇਂ ਆਪ ਜੀ ਦੇ ਰਸਨਾ ਤੋਂ ਸੁਣਦੇ ਹੈ। ਆਪ ਜੀ ਦੇ ਮੁਖ ਦੇ ਵਿੱਚੋਂ ਹਰ ਵੇਲੇ ਵਾਹਿਗੁਰੂ ਦੀ ਸਿਫਤ ਪ੍ਰਗਟ ਹੁੰਦੀ ਹੈ। ਫਿਰ ਹੋਆ ਦੇਖੇ ਸਾਰਿੰਗ ਪਾਣੀ। ਤੇ ਹੇ ਮਹਾਰਾਜ, ਗੁਰੂ ਸਾਹਿਬ ਜੀ ਨੂੰ ਪਰਮੇਸ਼ਰ ਦਾ ਹੀ ਸਰੂਪ ਜਣਾਉਂਦੇ ਹੋਏ ਪੰਚਮ ਪਾਤਸ਼ਾਹ ਇੱਥੇ ਲਿਖਦੇ ਨੇ, ਚਿਰ ਹੋਆ ਦੇਖੇ ਸਾਰਿੰਗ ਪਾਣੀ। ਸਾਰਿੰਗ ਨਾਮ ਧਨਖ ਦਾ ਹੈ, ਪਾਣੀ ਨਾਮ ਹੱਥਾਂ ਦਾ। ਇਹ ਸਾਰੰਗ ਨਾਮੀ ਧਨਖ ਨੂੰ ਪਕੜਨ ਵਾਲੇ, ਭਾਵ ਕਿ ਧਨੁਸ਼ ਧਾਰੀ, ਸ਼ਸਤਰ ਧਾਰੀ ਵਾਹਿਗੁਰੂ। ਜਾਂ ਸਾਰੰਗ ਨਾਮ ਪ੍ਰਿਥਵੀ ਦਾ ਵੀ ਹੈ, ਤੇ ਜਿਹਦੇ ਪਾਣੀ ਹੱਥਾਂ ਦੇ ਵਿੱਚ ਸਾਰੀ ਪ੍ਰਿਥਵੀ ਹੈ, ਭਾਵ ਜੋ ਸਾਰੀ ਪ੍ਰਿਥਵੀ ਦਾ ਬ੍ਰਹਿਮੰਡ ਦਾ ਰੱਖਿਅਕ ਹੈ, ਉਹਦਾ ਸਰਗੁਣ ਸਰੂਪ ਹੈ ਗੁਰੂ ਰਾਮਦਾਸ ਜੀਓ। ਚਿਰ ਹੋਆ ਦੇਖੇ ਸਾਰੰਗ ਪਾਣੀ। ਮਹਾਰਾਜ ਵਾਹਿਗੁਰੂ ਜੀ, ਤੁਹਾਡਾ ਸਰੂਪ, ਤੁਹਾਡੇ ਦਰਸ਼ਨ ਵੇਖਿਆ ਨੂੰ ਬੜਾ ਚਿਰ ਹੋ ਗਿਆ। ਧੰਨ ਸੋ ਦੇਸ ਜਹਾਂ ਤੂੰ ਵਸਿਆ। ਧੰਨ ਸੋ ਦੇਸ, ਮਹਾਰਾਜ ਧੰਨ ਹੈ ਉਹ ਮਾਝਾ ਦੇਸ਼, ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਤੂੰ ਵਸ ਰਿਹਾ, ਨਿਵਾਸ ਕੀਤਾ ਹੈ। ਜਾਂ ਧੰਨ ਸੋ ਦੇਸ਼, ਮਹਾਰਾਜ ਉਹ ਗੁਰਸਿੱਖਾਂ ਦਾ ਹਿਰਦਾ ਰੂਪੀ ਦੇਸ਼, ਧਨਤਾ ਦੇ ਯੋਗ ਹੈ।
ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਤੂੰ ਪ੍ਰਤੱਖ ਹੋ ਕੇ ਵਸ ਰਿਹਾ ਹੈ। ਮੇਰੇ ਸੱਜਣ ਮੀਤ ਮੁਰਾਰੇ ਜੀਓ। ਇਹ ਮਹਾਰਾਜ ਤੁਸੀਂ ਮੇਰੇ ਮਾਤਾ ਦੇ ਗਰਭ ਦੇ ਸਮੇਂ ਦੇ ਵੀ ਸੱਜਣ ਹੋ, ਉੱਥੇ ਵੀ ਮਦਦਗਾਰ, ਇਸ ਸੰਸਾਰ ਦੇ ਵਿੱਚ ਵੀ ਮੇਰੇ ਮੀਤ ਮਿੱਤਰ ਹੋ, ਰੱਖਿਆ ਕਰਨ ਵਾਲੇ ਤੇ ਮੁਰਾਰੇ ਮੋਰੇ ਆਦਿਕ ਦੈਂਤਾਂ ਨੂੰ ਮਾਰਨ ਵਾਲੇ ਪਾਤਸ਼ਾਹ, ਪਰਲੋਕ ਦੇ ਵੀ ਆਪ ਮੇਰੇ ਰੱਖਿਅਕ ਸਹਾਇਕ ਹੋ ਜੀ। ਜਾਂ ਮੇਰੇ ਜਿਹੜੇ ਮਹਾਰਾਜ ਤੁਸੀਂ ਪਿਆਰੇ ਹੋ ਤੇ ਜਿਹੜੇ ਆਪ ਜੀ ਦੇ ਸੰਤ ਭਗਤ ਹਨ ਉਹਨਾਂ ਦੇ ਸੱਜਣ ਮਿੱਤਰ ਹੋ। ਆਓ ਕੋਲੀ ਹਾਓ ਕੋਲ ਕੁਮਾਈ। ਮਹਾਰਾਜ ਅਸੀਂ ਆਪਣੀ ਹਉਮੈ ਨੂੰ ਵੀ ਆਪ ਜੀ ਤੋਂ ਕੋਲੀ ਵਾਰਦੇ ਹਾਂ। ਹਉਮੈ ਵੀ ਕਿਸੇ ਤਰ੍ਹਾਂ ਦੀ ਨਹੀਂ ਹੈ। ਹਉ ਘੋਲ ਤੇ ਪਾਤਸ਼ਾਹ ਅਸੀਂ ਆਪਣੇ ਹਿਰਦੇ ਕਰਕੇ ਵੀ ਤੁਹਾਡੇ ਉੱਤੋਂ, ਮਨ ਕਰਕੇ ਵੀ ਕੁਰਬਾਨ ਹਾਂ, ਘੁਮਾਈ ਸਰੀਰ ਕਰਕੇ ਵੀ ਤੁਹਾਡੇ ਤੋਂ ਬਲਹਾਰ ਜਾਣੇ ਪ੍ਰਕੰਮਿਆ ਕਰਦੇ ਹਾਂ ਆਪ ਜੀ ਦੀ। ਗੁਰ ਸੱਜਣ ਮੀਤ ਮੁਰਾਰੇ ਜੀਓ। ਆ ਸੰਤਾਂ ਦੇ ਸੱਜਣ ਤੇ ਆਪਣੇ ਸੇਵਕਾਂ ਦੇ ਮਿੱਤਰ ਪਿਆਰੇ ਮੁਰਾਰੀ ਸਤਿਗੁਰੂ ਸਾਹਿਬ ਜੀ, ਅਸੀਂ ਆਪ ਜੀ ਤੋਂ ਕੁਰਬਾਨ ਸਦਕੇ ਜਾਂਦੇ ਹਾਂ। ਜਾਂ ਹੇ ਗੁਰੂ ਸਾਹਿਬ ਜੀ ਤੁਸੀਂ ਸਾਡੇ ਸੱਜਣ ਹੋ, ਸਾਡੇ ਮਿੱਤਰ ਹੋ, ਮੁਰਾਰੀ ਪਰਮੇਸ਼ਰ ਦਾ ਰੂਪ ਹੋ ਜੀ। ਰਹਾਓ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਦੂਸਰੀ ਪੱਤਰਕਾ ਪੰਜਵੇਂ ਪਾਤਸ਼ਾਹ ਨੇ ਲਿਖ ਕੇ ਸਿੱਖ ਦੇ ਰਾਹੀਂ ਭੇਜੀ ਤੇ ਕਹਿਣ ਲੱਗੇ, ਗੁਰਸਿੱਖਾਏ ਚਿੱਠੀ ਲੈ ਕੇ ਸਤਿਗੁਰਾਂ ਦੇ ਪਾਸ ਫਿਰ ਚਲਿਆ ਜਾ। ਕੀ ਪਤਾ ਮਹਾਰਾਜ ਸਾਡੇ ਤੇ ਤਰਸ ਕਰਕੇ ਖੁਸ਼ ਹੋ ਜਾਣ, ਤਰੋਠੀ ਜਾਣ। ਸਿੱਖ ਗਿਆ ਦੁਬਾਰਾ ਤੇ ਐਸੀ ਕਰਨੀ ਵਰਤੀ ਵੀ ਫਿਰ ਪ੍ਰਿਥੀ ਚੰਦ ਨਾਲ ਹੀ ਇਹਦਾ ਮਿਲਾਪ ਹੋਇਆ। ਉਹਨੇ ਵੇਖਿਆ, ਕਹਿੰਦਾ ਸਿੱਖਾ ਤੂੰ ਗਿਆ ਨਹੀਂ ਹਾਲਾਂ? ਕਹਿੰਦਾ ਨਹੀਂ ਜੀ ਮੈਂ ਤਾਂ ਅਗਲੇ ਦਿਨ ਹੀ ਚਲਾ ਗਿਆ ਸੀ। ਕਹਿੰਦੇ ਫੇਰ? ਇਹ ਤਾਂ ਹੁਣ ਦੁਬਾਰਾ ਕਹਿੰਦੇ ਮੈਂ ਆਇਆ ਹਾਂ, ਦੁਬਾਰਾ ਚਿੱਠੀ ਲੈ ਕੇ ਤੁਹਾਡੇ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਚਿੱਠੀ ਲਿਖ ਕੇ ਗੁਰੂ ਸਾਹਿਬ ਨੂੰ ਦੇਣ ਵਾਸਤੇ ਦੁਬਾਰਾ ਭੇਜਿਆ ਹੈ। ਕਹਿਣ ਲੱਗੇ ਵੀ ਲਿਆ ਹਾਲਾਂ ਸਤਿਗੁਰੂ ਸਾਹਿਬ ਤੈਨੂੰ ਮਿਲ ਨਹੀਂ ਸਕਦੇ, ਉਹ ਘਰ ਦੇ ਵਿੱਚ ਨੇ, ਉਹਨਾਂ ਦਾ ਸਮਾਂ ਨਹੀਂ ਹੈ, ਚਿੱਠੀ ਮੈਨੂੰ ਫੜਾ ਦੇ। ਕੋਈ ਨਹੀਂ ਮੈਂ ਸੁਨੇਹਾ ਦੇ ਦੂੰ ਤੈਨੂੰ ਸਵੇਰੇ। ਉਸੇ ਤਰ੍ਹਾਂ ਹੀ ਇਹਨੇ ਦੂਸਰੀ ਵਾਰ ਕੀਤਾ। ਦੂਜੀ ਵੀ ਚਿੱਠੀ ਪੜ੍ਹ ਕੇ ਤਾਂ ਹੋਰ ਅੰਦਰੋਂ ਪ੍ਰਿਥੀ ਚੰਦ ਤਾਂ ਦੁਖੀ ਹੋ ਗਿਆ ਵੀ ਇਹ ਤਾਂ ਆਪਣੇ ਗੁਰੂ ਸਾਹਿਬ ਵਾਂਗ ਹੀ ਬਾਣੀ ਉਚਾਰਨ ਕਰਨ ਲੱਗ ਪਏ ਜਿਵੇਂ ਪਿਤਾ ਸਤਿਗੁਰੂ ਜੀ ਬਾਣੀ ਉਚਾਰਦੇ ਹਨ। ਵੀ ਇੱਦਾਂ ਨਾ ਹੋਵੇ। ਹੁਣ ਉਹ ਸਮਾਂ ਨੇੜੇ ਆ ਚੱਲਿਆ ਹੈ ਜਦੋਂ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣਾ ਹੈ ਗੁਰੂ ਅਮਰਦਾਸ ਜੀ ਦੇ ਕਹੇ ਮੁਤਾਬਕ। ਤੇ ਵੀ ਉਹਨੂੰ ਸੱਦ ਕੇ ਕਿਤੇ ਗੁਰਿਆਈ 'ਤੇ ਨਾ ਬਿਠਾ ਦੇਣ, ਉਹਨੂੰ ਉੱਥੇ ਹੀ ਰਹਿਣ ਦਈਏ, ਫਿਰ ਬਾਅਦ 'ਚ ਸੱਦ ਲੂੰਗਾ ਮੈਂ ਆਪੇ। ਇੱਦਾਂ ਸੋਚ ਕੇ ਅਗਲੇ ਦਿਨ ਫਿਰ ਸਿੱਖ ਨੂੰ ਕਿਹਾ ਵੀ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਉਹਨਾਂ ਨੂੰ ਕਹੋ ਵੀ ਐਵੇਂ ਵਾਰ-ਵਾਰ ਚਿੱਠੀਆਂ ਲਿਖ ਕੇ ਇੱਧਰ ਭੇਜਣ ਦੀ ਲੋੜ ਕੋਈ ਨਹੀਂ ਹੈ। ਇੱਕ ਵਾਰ ਕਿਹਾ ਤੁਹਾਡੇ ਤੇ ਅਸੀਂ ਖੁਸ਼ ਹੈ, ਤੁਸੀਂ ਉੱਥੇ ਰਹਿ ਕੇ ਬਸ ਸੰਗਤ ਵਿੱਚ ਸੇਵਾ ਕਰੀ ਜਾਓ ਤੇ ਕਥਾ ਕੀਰਤਨ ਕਰੋ। ਸਿੱਖ ਨੇ ਗੁਰੂ ਅਰਜਨ ਸਾਹਿਬ ਨੂੰ ਜਾ ਕੇ ਸੁਨੇਹਾ ਦੇ ਦਿੱਤਾ। ਮਨ ਬੜਾ ਬੇਬਲ ਹੋਇਆ ਵੀ ਸਤਿਗੁਰੂ ਜੀ ਇੱਦਾਂ ਤਾਂ ਨਹੀਂ ਨਾਰਾਜ਼ ਹੋ ਸਕਦੇ, ਇੱਦਾਂ ਸਖਤੀ ਦੇ ਵਚਨ ਤਾਂ ਮਹਾਰਾਜ ਕਦੀ ਕਰਦੇ ਹੀ ਨਹੀਂ ਹਨ। ਬੇਹਬਲ ਹੋ ਗਏ ਵੀ ਗੁਰਾਂ ਨੇ ਸਾਨੂੰ ਵਿਸਾਰ ਹੀ ਦਿੱਤਾ, ਪਿਤਾ ਸਤਿਗੁਰਾਂ ਨੇ ਸਾਨੂੰ ਭੁਲਾ ਹੀ ਦਿੱਤਾ ਹੈ ਵੀ ਹੁਣ ਸਾਡਾ ਪੱਤਰ ਚਿੱਠੀ ਦਾ ਵੀ ਜਵਾਬ ਨਹੀਂ ਦਿੰਦੇ, ਨਾ ਸਾਨੂੰ ਕੋਈ ਸੁਨੇਹਾ ਭੇਜਿਆ ਹੈ। ਤੇ ਇਹ ਪੁੱਛਿਆ ਫਿਰ ਨਾਲ ਹੀ ਕੁਝ ਸਮਾਂ ਉਡੀਕ ਕੇ ਜਦੋਂ ਸੁਨੇਹਾ ਫੇਰ ਨਾ ਆਇਆ ਨਾ, ਕੁਝ ਮਹੀਨੇ ਲੰਘੇ ਤੋਂ ਫਿਰ ਪੁੱਛਿਆ ਵੀ ਸਿੱਖਾ ਤੂੰ ਆਪਣੇ ਕੰਨੀ ਸੁਣਿਆ ਬਿਲਕੁਲ ਗੁਰੂ ਸਾਹਿਬ ਨੇ ਤੈਨੂੰ ਇੱਦਾਂ ਕਿਹਾ? ਕਹਿਣ ਲੱਗਾ ਨਹੀਂ ਮੈਂ ਕੰਨੀ ਨਹੀਂ ਸੁਣਿਆ। ਕਹਿੰਦੇ ਫੇਰ? ਕਹਿੰਦੇ ਵੀ ਮੈਂ ਤਾਂ ਦੋਵੇਂ ਵਾਰਾਂ ਤੁਹਾਡੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਮਿਲਦੇ ਰਹੇ, ਉਹਨਾਂ ਨੂੰ ਚਿੱਠੀ ਦਿੱਤੀ ਹੈ ਤੇ ਉਹ ਮੈਨੂੰ ਅੱਗੋਂ ਕਹਿੰਦੇ ਰਹੇ ਆ ਵੀ ਗੁਰੂ ਸਾਹਿਬ ਜੀ ਨੇ ਇੱਦਾਂ ਕਿਹਾ ਹੈ। ਤੇ ਗੁਰੂ ਅਰਜਨ ਸਾਹਿਬ ਜੀ ਉਸ ਵੇਲੇ ਵਿਚਾਰਨ ਲੱਗ ਪਏ ਵੀ ਹੋ ਸਕਦਾ ਹੈ ਵੀ ਭਰਾਤਾ ਜੀ ਨੇ ਚਿੱਠੀ ਦਿੱਤੀ ਨਾ ਹੋਵੇ, ਪਤਾ ਨਹੀਂ ਕੀ ਕਾਰਨ ਹੈ। ਤੇ ਇਹ ਕਪਟ ਮਹਾਰਾਜ ਦੇ ਮਨ ਵਿੱਚ ਤਾਂ ਨਹੀਂ ਸੀ ਨਾ, ਇਸ ਕਰਕੇ ਜਿਹਦੇ ਮਨ 'ਚ ਆਪ ਕਪਟ ਨਾ ਹੋਵੇ ਉਹ ਦੂਜੇ ਨੂੰ ਵੀ ਕਪਟੀ ਨਹੀਂ ਨਾ ਜਾਣਦਾ। ਪਰ ਤੀਸਰੀ ਫਿਰ ਜਦੋਂ ਚਿੱਠੀ ਲਿਖੀ, ਉਹ ਲਿਖ ਕਰਕੇ ਜਦੋਂ ਸਿੱਖ ਨੂੰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਭੇਜਿਆ ਤਾਂ ਉਦੋਂ ਕਿਹਾ ਸੀ ਵੀ ਇਹ ਗੁਰਸਿੱਖਾ ਚਿੱਠੀ ਲੈ ਕੇ ਜਦੋਂ ਜਾਵੀਂ ਜੋ ਮਰਜ਼ੀ ਹੋਵੇ ਸਿੱਧਾ ਪਿਤਾ ਸਤਿਗੁਰੂ ਸਾਹਿਬ ਜੀ ਦੇ ਕੋਲ ਪਹੁੰਚਾਉਣੀ ਹੈ ਤੇ ਗੁਰੂ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਨੂੰ ਚਿੱਠੀ ਦੇਣੀ ਨਹੀਂ, ਭਾਵੇਂ ਜੋ ਕੋਈ ਜਿੰਨਾ ਮਰਜ਼ੀ ਕਹੀ ਜਾਵੇ। ਤੀਸਰੀ ਚਿੱਠੀ ਲੈ ਕੇ ਆਏ, ਉਹਦੇ ਥੱਲੇ ਹੇਠਾਂ 3 ਅੰਕ ਪਾਇਆ ਸੀ। ਉਹ ਜਦੋਂ ਚਿੱਠੀ ਲੈ ਕੇ ਆਏ ਗੁਰੂ ਸਾਹਿਬ ਦਰਬਾਰ 'ਚ ਸੱਜੇ ਹੋਏ ਸਨ, ਗੁਰੂ ਰਾਮਦਾਸ ਜੀ ਦੇ ਕੋਲ ਉਹ ਸਿੱਖ ਚਿੱਠੀ ਲੈ ਕੇ ਪਹੁੰਚਿਆ। ਜਦੋਂ ਚਿੱਠੀ ਲੈ ਕੇ ਪਹੁੰਚਿਆ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਉਹ ਪੱਤਰਕਾ ਪੜ੍ਹੀ ਜਿਹਦੇ ਵਿੱਚ ਬਹੁਤਾ ਹੀ ਪਿਆਰ ਵਿਖਾਇਆ ਸੀ,
ਕਹਿੰਦੇ ਵੀ ਉਹ ਚਿੱਠੀ ਸੁਣਦੇ ਆ ਪੜ੍ਹਦੇ ਆ, ਚੌਥੇ ਸਤਿਗੁਰਾਂ ਦੇ ਨੇਤਰਾਂ 'ਚ ਵੈਰਾਗ ਪ੍ਰੇਮ ਦਾ ਜਲ ਆ ਗਿਆ ਵੀ ਇੰਨਾ ਸਾਡਾ ਇਹ ਲਾਲ ਸਾਨੂੰ ਪਿਆਰ ਕਰਦਾ। ਉਹ ਇਹ ਬਚਨ ਮਹਾਰਾਜ ਨੇ ਲਿਖ ਕੇ ਭੇਜੇ ਸਨ। ਰਹਾਉ ਇੱਕ ਘੜੀ ਨਾ ਮਿਲਤੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਈ ਪੰਚਮ ਪਾਤਸ਼ਾਹ ਤੀਸਰੀ ਪੱਤਰਕਾ ਲਿਖਦੇ ਨੇ, ਇੱਕ ਘੜੀ ਨਾ ਮਿਲਤੇ। ਹੇ ਸਤਿਗੁਰੂ ਜੀ, ਜਦੋਂ ਅੰਮ੍ਰਿਤਸਰ ਸਾਹਿਬ ਤੁਹਾਡੇ ਚਰਨਾਂ ਦੇ ਵਿੱਚ ਰਹਿੰਦੇ ਹੋਏ ਕਿਸੇ ਕਾਰਨ ਇੱਕ ਘੜੀ ਮਾਤਰ ਸਮਾਂ ਵੀ ਤੁਹਾਨੂੰ ਮਿਲਾਪ ਤੁਹਾਡੇ ਨਾਲ ਮਿਲਦੇ ਨਹੀਂ ਸਾਂ, ਇੱਕ ਘੜੀ ਜਿੰਨਾ ਸਮਾਂ ਮਹਾਰਾਜ ਜਦੋਂ ਤੁਹਾਡੇ ਤੋਂ ਕਿਤੇ ਓਹਲੇ ਹੋਣਾ ਪੈਂਦਾ ਸੀ ਤਾ ਕਲ ਯੁਗ ਹੋਤਾ। ਤਾਂ ਮਹਾਰਾਜ ਸਾਡੇ ਭਾ ਦਾ ਤਾਂ ਉਸ ਵੇਲੇ ਕਲਯੁਗ ਹੋਤਾ, ਕਲਯੁਗ ਹੀ ਵਰਤ ਜਾਂਦਾ ਸੀ। ਭਾਵ ਬਹੁਤਾ ਦੁੱਖ ਦਾ ਬਿਪਤਾ ਦਾ ਸਮਾਂ ਹੀ ਸਾਨੂੰ ਪ੍ਰਤੀਤ ਹੁੰਦਾ ਸੀ। ਜਾਂ ਸਾਡੇ ਵਾਸਤੇ ਤਾਂ ਮਹਾਰਾਜ ਕਲ ਨਾਮ ਹੈ ਸਮੇਂ ਦਾ, ਇੱਕ ਅਰਥ ਵਿੱਚ ਵੀ ਉਹ ਜਿਹੜਾ ਕੱਲ ਸਮਾਂ ਹੈ ਸਾਨੂੰ ਯੁੱਗਾਂ ਦੀ ਨਿਆਈ ਹੀ ਕਹਿੰਦੇ ਵੀ ਹੋਤਾ ਪ੍ਰਤੀਤ ਹੁੰਦਾ ਸੀ, ਵੀ ਜਿਵੇਂ ਕਿੰਨੇ ਹੀ ਯੁੱਗ ਗੁਜ਼ਰ ਗਏ ਹੋਣ। ਇੱਕ ਘੜੀ ਵੀ ਜੇ ਕਿਸੇ ਕਾਰਨ ਮਹਾਰਾਜ ਤੁਹਾਡੇ ਸਾਨੂੰ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਦਰਸ਼ਨ ਨਹੀਂ ਸੀ ਹੁੰਦੇ, ਸਾਡੇ ਲਈ ਤੇ ਯੁੱਗਾਂ ਦੇ ਬਰਾਬਰ ਹੀ ਸਮਾਂ ਬਤੀਤ ਹੋ ਜਾਂਦਾ ਸੀ। ਜਾਂ ਕਲ ਨਾਮ ਹੈ ਕਲਪਨਾ ਦਾ, ਕਲਪ ਜਾਣਾ, ਦੁਖੀ ਹੋ ਜਾਣਾ, ਬਹੁਤੇ ਵਿਆਕੁਲ ਹੋ ਜਾਣਾ। ਮਹਾਰਾਜ ਇੱਕ ਘੜੀ ਵੀ ਜੇ ਤੁਹਾਡੇ ਨਾਲ ਮਿਲਦੇ ਨਹੀਂ ਸਾਂ ਅੰਮ੍ਰਿਤਸਰ ਸਾਹਿਬ ਰਹਿੰਦੇ ਹਾਂ, ਕਲਯੁਗ ਹੋਤਾ, ਉਸ ਵੇਲੇ ਕਲਪਨਾ ਦਾ ਹੀ ਦੌਰ ਆ ਜਾਂਦਾ ਸੀ। ਕਲਪਨਾ ਦਾ ਹੀ ਬਹੁਤ ਵਿਆਕੁਲਤਾ ਦਾ ਹੀ ਸਮਾਂ ਸਾਡੇ ਲਈ ਬਤੀਤ ਹੁੰਦਾ ਸੀ, ਕਿਉਂਕਿ ਜਿਹੜਾ ਵਿਛੋੜੇ ਦੇ ਵਿੱਚ ਥੋੜਾ ਜਿਹਾ ਸਮਾਂ ਬਤੀਤ ਕਰਨਾ ਬੜਾ ਔਖਾ ਲੱਗਦਾ ਏ। ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਪਰ ਹੇ ਸਾਡੇ ਪ੍ਰਿਯ ਪਿਆਰੇ ਸਤਿਗੁਰੂ ਜੀ, ਭਗਵੰਤ ਮਾਲਕ ਵਾਹਿਗੁਰੂ ਦਾ ਰੂਪ ਪਾਤਸ਼ਾਹ, ਹੁਣ ਕਦ ਮਿਲੀਏ ਦੱਸੋ। ਹੁਣ ਆਪ ਜੀ ਨੂੰ ਅਸੀਂ ਕਦ ਮਿਲੀਏ, ਮਿਲਾਂਗੇ ਕਦੋਂ, ਸਾਨੂੰ ਤੁਹਾਡਾ ਮਿਲਾਪ ਕਦੋਂ, ਤੁਹਾਡੇ ਦਰਸ਼ਨ ਪ੍ਰਾਪਤ ਹੋਣਗੇ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ। ਮਹਾਰਾਜ ਜੀ ਮੋਹੇ ਮੇਰੀ ਤਾਂ ਰਾਤ ਵੀ ਜਿਹੜੀ ਆਪ ਦੇ ਵਿਛੋੜੇ ਕਰਕੇ ਦੁੱਖਾਂ ਦੇ ਵਿੱਚ ਵਿਹਾਵੇ ਬਤੀਤ ਹੀ ਨਹੀਂ ਹੁੰਦੀ। ਗੱਲ ਕੀ ਆ, ਨੀਂਦ ਨਾ ਆਵੇ, ਤੁਹਾਡੇ ਤੋਂ ਵਿਛੜਨ ਕਰਕੇ ਅੱਖਾਂ ਦੇ ਵਿੱਚ ਨੀਂਦ ਹੀ ਨਹੀਂ ਪੈਂਦੀ। ਜਦੋਂ ਵਿਛੋੜਾ ਹੋਵੇ, ਕੋਈ ਦੁੱਖ ਹੋਵੇ, ਤੇ ਸਾਧ ਸੰਗਤ ਜਿਹੜੀਆਂ ਰਾਤਾਂ ਹੁੰਦੀਆਂ ਇਹ ਵੀ ਲੰਮੀਆਂ ਹੋ ਜਾਂਦੀਆਂ ਨੇ। ਸਮਾਂ ਤਾਂ ਓਨਾ ਹੀ ਹੁੰਦਾ ਏ, ਪਰ ਇਹ ਆਮ ਹੀ ਹੈ। ਇਹ ਜਿੰਨਾ ਅਨੁਭਵ ਕੋਈ ਕੀਤਾ ਹੋਵੇ ਜ਼ਿੰਦਗੀ 'ਚ ਪਤਾ ਹੁੰਦਾ ਵੀ ਕੋਈ ਬਿਪਤਾ, ਕੋਈ ਦੁੱਖ ਦਾ ਸਮਾਂ ਜਦੋਂ ਆਉਂਦਾ ਉਦੋਂ ਰਾਤ ਵੀ ਇਉਂ ਲੱਗਦਾ ਵੀ ਇਹ ਵਰ੍ਹਿਆਂ ਦੀ ਨਿਆਈ ਬਤੀਤ ਹੋ ਰਹੀ ਹੈ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਮਹਾਰਾਜ ਹੁਣ ਤਾਂ ਮੇਰੀ ਰਾਤ ਵੀ ਜਿਹੜੀ ਹੈ ਉਹ ਲੰਘਦੀ ਨਹੀਂ ਸੁੱਖ ਨਾਲ, ਨੀਂਦ ਵੀ ਨਹੀਂ ਆਉਂਦੀ ਮੈਨੂੰ। ਬਿਨ ਦੇਖੇ ਗੁਰ ਦਰਬਾਰੇ ਜੀਓ। ਮਹਾਰਾਜ ਇਹਨਾਂ ਨੇਤਰਾਂ ਦੇ ਨਾਲ ਇਹ ਸਤਿਗੁਰੂ ਜੀ ਆਪ ਜੀ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ, ਆਪ ਜੀ ਦਾ ਸਾਧ ਸੰਗਤ ਰੂਪੀ ਦਰਬਾਰ, ਆਪ ਜੀ ਦਾ ਸਰੂਪ ਰੂਪੀ ਦਰਬਾਰ ਵੇਖੇ ਤੋਂ ਬਗੈਰ ਸਤਿਗੁਰੂ ਜੀ ਉਹ ਸਾਨੂੰ ਚੈਨ ਨਹੀਂ ਆਉਂਦਾ ਜੀ। ਜਾਂ ਮੋਹੇ ਰਹਿਣ ਨਾ ਵਿਹਾਵੈ, ਸਾਡੀ ਮਹਾਰਾਜ ਅਵਿਦਿਆ ਰੂਪੀ ਰਾਤ ਵੀ ਬਤੀਤ ਨਹੀਂ ਹੁੰਦੀ, ਨੀਂਦ ਨਾ ਆਵੈ, ਤੇ ਸਾਨੂੰ ਪਾਤਸ਼ਾਹ ਜੀ ਸਮਾਧੀ ਲੱਗਣ ਰੂਪੀ ਨੀਂਦ ਵੀ ਨਹੀਂ ਆਉਂਦੀ, ਸ਼ਾਂਤੀ ਰੂਪੀ ਨੀਂਦ ਵੀ ਨਹੀਂ ਆਉਂਦੀ। ਕਾਹਦੇ ਵਾਸਤੇ? ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਸਤਿਗੁਰੂ ਜੀ ਆਪ ਜੀ ਦਾ ਸਾਧ ਸੰਗਤ ਰੂਪੀ ਸਰੂਪ ਰੂਪੀ ਦਰਬਾਰ ਦੇਖੇ ਤੋਂ ਬਗੈਰ ਸਾਨੂੰ ਸ਼ਾਂਤੀ ਵੀ ਨਹੀਂ ਆਉਂਦੀ, ਸਾਡੀ ਸਮਾਧੀ ਵੀ ਨਹੀਂ ਲੱਗਦੀ ਜੀ। ਹਉ ਘੋਲੀ ਜੀਉ ਘੋਲ ਘੁਮਾਈ। ਮਹਾਰਾਜ ਹਉ ਘੋਲੀ ਅਸੀਂ ਆਪ ਤੋਂ ਸਰੀਰ ਕਰਕੇ ਵੀ ਮਹਾਰਾਜ ਜੀ ਉਹ ਸਦਕੇ ਜਾਣੇ ਐ। ਜੀਓ ਘੋਲ ਆਪਣਾ ਜੀਓ ਜੋ ਹਿਰਦਾ, ਆਪਣੀ ਜ਼ਿੰਦਗਾਨੀ ਵੀ ਤੁਹਾਡੇ ਤੋਂ ਮਹਾਰਾਜ ਸਦਕੇ ਕਰਦੇ ਐ, ਤੇ ਬਾਣੀ ਕਰਕੇ ਵੀ ਘੁਮਾਈ ਤੁਹਾਡੇ ਤੋਂ ਵਾਰਨੇ ਜਾਣੇ। ਮਨ ਬਾਣੀ ਸਰੀਰ ਕਰਕੇ ਬਲਹਾਰ ਹਾਂ ਤੁਹਾਡੇ ਤੋਂ। ਇਸ ਸੱਚੇ ਗੁਰ ਦਰਬਾਰੇ ਜੀਓ। ਮਹਾਰਾਜ ਤੇ ਸਾਹਿਬ ਜੀ ਦਾ ਜਿਹੜਾ ਸਾਧ ਸੰਗਤ ਰੂਪੀ ਸੱਚਾ ਦਰਬਾਰ ਹੈ, ਉਸ ਦਰਬਾਰ ਤੋਂ ਅਸੀਂ ਸਦਕੇ ਐ। ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਸਰੂਪ ਤੋਂ, ਆਪ ਜੀ ਦੇ ਉੱਪਰੋਂ ਮਹਾਰਾਜ ਕੁਰਬਾਨ ਜਾਂਦੇ ਹਾਂ ਜੀ। ਰਹਾਉ। ਸੋ ਇਸ ਤਰ੍ਹਾਂ ਇਹ ਤੀਸਰਾ ਜਦੋਂ ਬੰਦ, ਤੀਸਰੀ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੇ ਪੜ੍ਹੀ ਵੈਰਾਗ ਵਾਲੀ, ਤਾਂ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਸੱਦਿਆ ਵੀ ਜਾਓ
ਜਾ ਕੇ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲੈ ਕੇ ਆਓ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਭਾਈ ਸਾਲੋ ਆਦਿਕ 5 ਸਿੱਖ ਸਾਧ ਸੰਗਤ ਗਏ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰੋਂ ਲੈਣ। ਜਦੋਂ ਗਏ ਤਾਂ ਉੱਥੇ ਮਹਾਰਾਜ ਕੋਠੇ 'ਤੇ ਚੜ੍ਹ ਕੇ ਰਸਤਾ ਵੇਖਦੇ ਹੁੰਦੇ ਸਨ ਵੀ ਹੁਣ ਕਿਤੇ ਅੰਮ੍ਰਿਤਸਰੋਂ ਕੋਈ ਸੁਨੇਹਾ ਆਉਂਦਾ ਹੋਵੇ। ਤੇ ਜਦੋਂ ਵੇਖਿਆ ਦੂਰੋਂ ਪਛਾਣਿਆ ਵੀ ਬਾਬਾ ਬੁੱਢਾ ਸਾਹਿਬ ਜੀ ਆ ਰਹੇ ਨੇ, ਬੜੇ ਖੁਸ਼ ਹੋਏ, ਮੇਲ ਮਿਲਾਪ ਕੀਤਾ ਵੀ ਤੁਹਾਨੂੰ ਸਤਿਗੁਰੂ ਸਾਹਿਬ ਜੀ ਨੇ ਬੁਲਾਇਆ ਹੈ। 3 ਵਰ੍ਹਿਆਂ ਪਿੱਛੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਨੇਹਾ ਆਇਆ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਮਿਲਣ ਦਾ। ਕਈ ਤਵਾਰੀਖਾਂ ਵਿੱਚ 1 ਵਰ੍ਹਾ ਲਿਖਿਆ ਹੈ, 1 ਵਰ੍ਹਾ ਤੇ 3 ਸਾਲ। ਭਾਵ ਤਾਂ ਇਹੀ ਬਣਦਾ ਨਾ ਵੀ ਬਹੁਤਾ ਸਮਾਂ ਪਰਖ ਕੀਤੀ ਹੈ ਮਹਾਰਾਜ ਨੇ। ਤੇ ਜਦੋਂ ਫਿਰ 5ਵੇਂ ਪਾਤਸ਼ਾਹ ਨੂੰ ਕਿਹਾ ਵੀ ਤੁਹਾਨੂੰ ਸਤਿਗੁਰਾਂ ਸੱਦਿਆ, ਬਹੁਤ ਖੁਸ਼ੀ ਹੈ। ਲਾਹੌਰ ਦੀਆਂ ਸੰਗਤਾਂ ਨਾਲ ਪ੍ਰੇਮ ਪੈ ਗਿਆ ਸੀ ਮਹਾਰਾਜ ਦਾ। ਉਹਨਾਂ ਕਿਹਾ ਮਹਾਰਾਜ ਸਾਨੂੰ ਖੁਸ਼ੀ ਹੈ ਵੀ ਤੁਸੀਂ ਜਾ ਰਹੇ ਹੋ, ਪਰ ਸਾਨੂੰ ਨਾਲ ਹੀ ਵੈਰਾਗ ਦੁੱਖ ਹੈ ਤੁਹਾਡੇ ਵਿਛੋੜੇ ਦਾ। ਸਾਹਿਬ ਕਹਿੰਦੇ ਵੀ ਦੀਪਮਾਲਾ ਦੇ ਜੋੜ ਮੇਲੇ 'ਤੇ ਆਇਓ ਦਰਸ਼ਨ ਕਰਨ ਸਤਿਗੁਰਾਂ ਦੇ। ਚੱਲ ਪਏ ਸਾਹਿਬ ਜੀ, ਅੰਮ੍ਰਿਤਸਰ ਸਾਹਿਬ ਪਹੁੰਚੇ। ਗੁਰੂ ਦਰਬਾਰ ਦੇ ਵਿੱਚ ਆਏ, ਜਦੋਂ ਦੂਰੋਂ ਹੀ ਕਹਿੰਦੇ ਵੀ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖੇ ਤੋਂ ਬਗੈਰ ਕੁਮਲਾ ਜਾਂਦਾ ਨਾ, ਮੁਰਝਾ ਜਾਂਦਾ, ਤੇ ਸੂਰਜ ਨੂੰ ਵੇਖ ਕੇ ਖਿੜਦਾ, ਐਵੇਂ ਮਹਾਰਾਜ ਦਾ ਜਦੋਂ 5ਵੇਂ ਪਾਤਸ਼ਾਹ ਆਏ ਨਾ ਅੰਮ੍ਰਿਤਸਰ, ਸਰੀਰ ਵੀ ਕਹਿੰਦੇ ਪਤਲਾ ਹੋ ਗਿਆ ਸੀ, ਚਿਹਰੇ 'ਤੇ ਵੀ ਪੀਲਾਪਣ ਜਿਹਾ ਆ ਗਿਆ ਸੀ, ਵਿਛੋੜੇ ਕਰਕੇ ਇੰਨੇ ਬੇਬਲ ਸਨ, ਵੈਰਾਗ ਕਰਕੇ ਵੀ ਸਰੀਰ ਕਮਜ਼ੋਰ ਹੈ, ਚਿਹਰਾ ਮੁਰਝਾਇਆ ਰਹਿੰਦਾ। ਪਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੈਠਿਆਂ ਵੇਖਿਆ ਤਖਤ 'ਤੇ, ਦੂਰੋਂ ਦੌੜ ਕੇ ਆਏ, ਚਿਹਰਾ ਖਿੜ ਗਿਆ, ਇੱਕਦਮ ਲਾਲੀ ਚੜ੍ਹ ਗਈ। ਤੇ ਚੌਥੇ ਪਾਤਸ਼ਾਹ ਦੇ ਘੁੱਟ ਕੇ ਚਰਨ ਫੜ ਲਏ, ਪ੍ਰੇਮ ਵੈਰਾਗ ਦੇ ਨਾਲ ਚਰਨ ਧੋਤੇ। ਇੰਨਾ ਆਪਣੇ ਸਤਿਗੁਰੂ ਸਾਹਿਬ ਪਿਤਾ ਜੀ ਦੇ ਨਾਲ ਪਿਆਰ ਕੀਤਾ 5ਵੇਂ ਪਾਤਸ਼ਾਹ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਖੁਸ਼ ਹੋਏ। ਬੇਟਾ ਜੀ ਐਸੇ ਤੁਸੀਂ ਵੈਰਾਗ ਤੇ ਪ੍ਰੇਮ ਦੇ ਬੜੇ ਸੋਹਣੇ ਸ਼ਬਦ ਲਿਖਣ ਲੱਗ ਪਏ ਹੋ। ਤੇ ਨਾਲ ਹੀ ਇਹ ਵੀ ਕਿਹਾ, ਪਰ ਜਦੋਂ ਚਿੱਠੀ ਲਿਖੀਏ ਤਾਂ ਪੁੱਤਰ ਜੀ ਇੱਥੇ ਤੁਸੀਂ ਅੰਕ 3 ਕਿਉਂ ਲਿਖਿਆ ਹੈ? ਇੱਥੇ 1 ਲਿਖਣਾ ਸੀ। ਤੇ ਜੇ ਇਹ ਤੀਸਰੀ ਚਿੱਠੀ ਆ ਤਾਂ ਪਹਿਲੀਆਂ 2 ਚਿੱਠੀਆਂ ਕਿੱਥੇ ਹਨ? ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿਣ ਲੱਗੇ, ਪਾਤਸ਼ਾਹ ਜੀ ਪਹਿਲੀਆਂ 2 ਚਿੱਠੀਆਂ ਆ ਸਿੱਖ ਨੂੰ ਪੁੱਛੋ। ਉੱਥੇ ਖਲੋਤਾ ਸੀ, ਉਹਨੇ ਕਿਹਾ ਮਹਾਰਾਜ ਮੈਂ ਚਿੱਠੀਆਂ ਲੈ ਕੇ ਪਹਿਲਾਂ ਆਇਆ, ਉਹ ਬਾਬਾ ਪ੍ਰਿਥੀ ਚੰਦ ਨੇ ਲੈ ਲਈਆਂ ਮੇਰੇ ਕੋਲ ਕਿ ਵੀ ਮੈਂ ਸਤਿਗੁਰੂ ਨੂੰ ਆਪੇ ਹੀ ਦੇ ਦਿਆਂਗਾ। ਚੌਥੇ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ, ਜਾਓ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਓ। ਨਹਾ ਰਿਹਾ ਸੀ, ਛੇਤੀ ਨਾਲ ਆਇਆ ਵੀ ਪਤਾ ਨਹੀਂ ਗੁਰੂ ਸਾਹਿਬ ਨੇ ਕੀ ਕਹਿੰਦੇ ਵੀ ਕੋਈ ਦਾਤ ਹੀ ਨਾ ਦੇਣੀ ਹੋਵੇ, ਕਿਤੇ ਗੁਰੂ ਨੇ ਬਣਾਉਣਾ ਹੋਵੇ। ਗੁਰਾਂ ਦੇ ਦਰਬਾਰ ਵਿੱਚ ਪਹੁੰਚਿਆ, ਆਪਣੇ ਛੋਟੇ ਭਾਈ ਗੁਰੂ ਅਰਜਨ ਸਾਹਿਬ ਨੂੰ ਬੈਠਿਆਂ ਵੇਖ ਕੇ ਪ੍ਰਿਥੀਆ ਸੜ ਬਲ ਗਿਆ। ਉਸੇ ਵੇਲੇ ਆਇਆ ਤੇ ਬੜੇ ਚਾਅ ਦੇ ਨਾਲ ਸੀ। ਮਹਾਰਾਜ ਕਹਿਣ ਲੱਗੇ, ਬੇਟਾ ਪ੍ਰਿਥੀ ਚੰਦ, ਇਹ ਤੁਹਾਡੇ ਭਰਾਤਾ ਜੀ ਨੇ ਆ ਸਿੱਖ ਦੇ ਰਾਹੀਂ 2 ਚਿੱਠੀਆਂ ਭੇਜੀਆਂ ਸਨ ਜੋ ਤੁਹਾਨੂੰ ਦਿੱਤੀਆਂ ਨੇ। ਉਹ ਚਿੱਠੀਆਂ ਲਿਆਓ, ਤੁਸੀਂ ਸਾਨੂੰ ਕਿਉਂ ਨਹੀਂ ਦਿੱਤੀਆਂ? ਸਾਫ਼ ਹੀ ਮੁੱਕਰ ਗਿਆ, ਕਹਿਣ ਲੱਗਾ ਮਹਾਰਾਜ ਕਿਹੜੀਆਂ ਚਿੱਠੀਆਂ, ਕਿਹੜਾ ਸਿੱਖ? ਮੈਂ ਸਿੱਖ ਨੂੰ ਕਦੀ ਵੇਖਿਆ ਨਹੀਂ, ਅੱਜ ਪਹਿਲੀ ਵਾਰ ਵੇਖ ਰਿਹਾ। ਤੇ ਇਹ ਚਿੱਠੀਆਂ ਕਿਤੇ ਰਾਹ ਸੁੱਟ ਆਇਆ ਹੋਊਗਾ, ਹੁਣ ਮੇਰਾ ਨਾਂ ਲਾਉਂਦਾ ਏ। ਮੈਂ ਉਹਨਾਂ ਚਿੱਠੀਆਂ ਦਾ ਕੀ ਕਰਨਾ ਸੀ? ਸਤਿਗੁਰਾਂ ਫੇਰ ਕਿਹਾ ਤਾਂ ਇਹਨੇ ਕਿਹਾ ਵੀ ਮਹਾਰਾਜ ਉਹ ਚਿੱਠੀਆਂ ਉਹ ਕਿਹੜੀਆਂ ਹੁੰਦੀਆਂ ਸਨ ਵੀ ਜਿਹੜੀਆਂ ਮੈਂ ਲੁਕਾ ਕੇ ਰੱਖਣੀਆਂ ਸਨ? ਜਿਵੇਂ ਅੱਜ ਦੇ ਸਮੇਂ ਡਰਾਫਟ ਹੁੰਦਾ ਹੈ ਨਾ, ਕਿ ਕੋਈ ਕਵੇ ਵੀ ਮੈਂ ਕਿਹੜਾ ਕੋਈ ਡਰਾਫਟ ਜਾਂ ਚੈੱਕ ਹੈ ਵੀ ਕਿਸੇ ਦਾ ਲੁਕਾ ਲੈਣਾ ਹੈ ਵੀ ਵਰਤਣਾ ਲਵਾਂ। ਇਹੀ ਬੋਲੀ ਉਹਨੇ ਉਦੋਂ ਬੋਲੀ। ਪ੍ਰਿਥੀ ਚੰਦ ਕਹਿੰਦਾ ਮਹਾਰਾਜ ਉਹ ਕਿਹੜੀਆਂ ਹੁੰਦੀਆਂ ਸਨ ਵੀ ਜਿਹੜੀ ਮੈਂ ਉਹ ਦੇ ਕੇ ਕਿਸੇ ਸ਼ਾਹੂਕਾਰ ਨੂੰ ਉਹਦੀ ਮਾਇਆ ਲੈ ਲੈਣੀ ਸੀ? ਕਾਗਜ਼ ਦਾ ਮੈਂ ਕੀ ਕਰਨਾ ਸੀ? ਮੁੱਕਰ ਹੀ ਗਿਆ ਸਾਫ਼। ਜਦੋਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਕਿਹਾ ਵੀ ਇਉਂ ਕਰੀ ਵੀ ਇਹਨੇ ਜਿਹੜੇ ਕਾਗਜ਼ ਪੱਤਰ ਜਿੱਥੇ ਰੋਜ਼ ਹੀ ਜਦੋਂ ਚੋਲਾ ਬਦਲਦਾ ਹੈ ਤੇ ਦੂਸਰੇ ਚੋਲੇ 'ਚ ਕਾਗਜ਼ ਪਾ ਲੈਂਦਾ ਹੈ, ਸਾਰੇ ਹੋਰ ਵੀ ਹਿਸਾਬ ਕਿਤਾਬ ਦੇ ਕਾਗਜ਼ ਨਾਲ ਹੀ ਰੱਖਦਾ ਸੀ, ਵੀ ਉਹ ਸਾਹਮਣੇ ਇੱਥੇ ਕਮਰੇ 'ਚ ਵੜਦਿਆਂ ਕਿੱਲੀ ਦੇ ਟੰਗਿਆ ਹੋਊਗਾ ਤੇ ਇਹਦੀ ਘਰਵਾਲੀ ਨੂੰ ਕਹੀ ਇਹਦਾ ਨਾਂ ਲੈ ਕੇ ਵੀ ਉਹਨੇ ਚੋਲਾ ਮੰਗਾਇਆ। ਸੇਵਕ ਗਿਆ, ਬੀਬੀ ਕਰਮੋਂ ਨੂੰ ਕਹਿੰਦਾ ਪ੍ਰਿਥੀ ਚੰਦ ਚੋਲਾ ਮੰਗਦਾ। ਉਹਨੇ ਉਸੇ ਤਰ੍ਹਾਂ ਹੀ ਫੜਾ ਦਿੱਤਾ ਚੋਲਾ, ਮਹਾਰਾਜ ਸਾਹਿਬ ਦੇ ਲਿਆ ਕੇ ਗੋਡੇ 'ਤੇ ਰੱਖ ਦਿੱਤਾ ਸਿੱਖ ਨੇ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਪ੍ਰਿਥੀ ਚੰਦ ਪੁੱਤਰ ਆ ਚੋਲਾ ਤੇਰਾ ਹੀ ਹੈ ਨਾ? ਕਹਿੰਦਾ ਹਾਂ ਮਹਾਰਾਜ ਮੇਰਾ ਹੀ ਹੈ। ਤੇ ਸਾਹਿਬ ਕਹਿੰਦੇ ਹਜੇ ਵੀ ਕੁਝ ਨਹੀਂ ਹੋਇਆ, ਕੁਝ ਨਹੀਂ ਵਿਗੜਿਆ ਪੁੱਤਰ, ਆਪਣੇ ਹੱਥੀਂ ਕਹਿੰਦੇ ਵੀ ਇਹਦੇ ਵਿੱਚੋਂ ਤੂੰ ਚਿੱਠੀਆਂ ਜਿਹੜੀਆਂ ਹਨ ਕੱਢ ਕੇ ਦੇ ਦੇ ਤੇ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ। ਬਹੁਤ ਲਾਲ ਪੀਲਾ ਹੋਇਆ, ਹੋਰ ਬਹੁਤ ਕਾਗਜ਼ ਸਨ, ਕਹਿੰਦੇ ਸਾਰੇ ਹੀ ਕੱਢ ਕੇ ਖਲਾਰ ਖਲੂਰ ਦਿੱਤੇ ਵੀ ਉਹ ਚਿੱਠੀਆਂ ਵਿੱਚ ਹੀ ਲੁਕ ਛਿਪ ਜਾਣ ਹਿਸਾਬ ਕਿਤਾਬ ਵਾਲੇ ਕਾਗਜ਼ਾਂ ਦੇ ਵਿੱਚ।
ਪਰ ਮਹਾਰਾਜ ਨੇ ਦੋਵੇਂ ਚਿੱਠੀਆਂ ਲੁਭਾ ਕੇ ਆਪਣੇ ਕੋਲ ਲਈਆਂ ਤੇ ਪੜ੍ਹੀਆਂ। ਪਾਤਸ਼ਾਹ ਨੇ ਬਹੁਤ ਖੁਸ਼ ਹੋਏ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਮੀਣਾ ਹੀ ਰਿਹਾ ਨਾ, ਮੀਣੇ ਵਾਲੇ ਕੰਮ ਕੀਤੇ ਨਾ, ਤਾਈਓ ਪ੍ਰਿਥਵੀ ਦੀ ਬੰਸ ਨੂੰ ਉਦੋਂ ਦਾ ਮੀਣੇ ਕਹਿਣਾ ਸ਼ੁਰੂ ਕਰਤਾ ਵੀ ਮੀਣਾ ਹੀ ਰਿਹਾ, ਤੈਨੂੰ ਮੌਕਾ ਦਿੱਤਾ ਸੀ। ਪਹਿਲਾਂ ਤਾਂ ਕਲਪਿਆ ਵੀ ਮੇਰੇ ਕੋਲ ਚਿੱਠੀਆਂ ਨਹੀਂ, ਫਿਰ ਉਹ ਚੋਲੇ ਦੇ ਵਿੱਚੋਂ ਖਿਲਾਰਤੀਆਂ ਵੀ ਲੱਭਣ ਹੀ ਨਾ। ਜਦੋਂ ਲੱਭ ਹੀ ਗਈਆਂ, ਮਹਾਰਾਜ ਕਹਿੰਦੇ ਵੀ ਆਹ ਵੇਖ ਬਾਣੀ ਲਿਖੀਆਂ ਚਿੱਠੀਆਂ ਇਹ ਤੇਰੇ ਚੋਲੇ 'ਚੋਂ ਨਿਕਲੀਆਂ। ਤੇ ਇੱਕ ਤਵਾਰੀਖ 'ਚ ਲਿਖਿਆ, ਫਿਰ ਉਸੇ ਵੇਲੇ ਬਦਲ ਗਿਆ। ਕਹਿਣ ਲੱਗਾ ਲੈ ਇਹ ਤੁਹਾਡਾ ਛੋਟਾ ਪੁੱਤਰ ਹੀ ਮਹਾਰਾਜ ਲਿਖ ਸਕਦਾ ਹੈ ਚਿੱਠੀਆਂ ਬਾਣੀ, ਮੈਂ ਨਹੀਂ ਲਿਖ ਸਕਦਾ, ਮੈਂ ਨਹੀਂ ਤੁਹਾਡਾ ਪੁੱਤਰ, ਇਹ ਮੈਂ ਲਿਖੀਆਂ ਕਹਿੰਦਾ। ਦੂਜੇ ਪਾਸੇ ਹੋ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਲਿਖੀਆਂ ਹੈ ਨਾ ਤਾਂ 3 ਪਦ ਨੇ, ਸ਼ਬਦ ਪੂਰਾ ਨਹੀਂ ਹੋਇਆ, ਚੌਥਾ ਪਦਾ ਲਿਖ ਕੇ ਸ਼ਬਦ ਪੂਰਾ ਕਰ। ਨਾਲ ਸੰਗਤ ਵਿੱਚ ਵੀ ਗੁਰੂ ਰਾਮਦਾਸ ਸਾਹਿਬ ਨੇ ਕਹਿਤਾ ਵੀ ਤੁਹਾਡੇ ਜੋ ਪ੍ਰੇਮੀਓ ਕੋਈ ਵੀ ਉੱਠੇ ਜਿਹੋ ਜਿਹੇ 3 ਪਦੇ ਆ ਲਿਖੇ ਨੇ ਨਾ, ਚੌਥਾ ਪਦਾ ਜਿਹੜਾ ਵੀ ਲਿਖ ਦੂਗਾ ਉਹਨੂੰ ਅਸੀਂ ਗੁਰਿਆਈ ਦੇ ਦਿਆਂਗੇ। ਗੁਰਿਆਈ ਦੇਣ ਵਾਸਤੇ ਸਤਿਗੁਰੂ ਸਾਹਿਬ ਤਿਆਰ ਹੋਏ। ਕਿਸੇ ਸਿੱਖ ਨੇ ਕੀ ਉੱਠਣਾ ਸੀ, ਵਿਦਵਾਨ ਵੱਡੇ ਵੱਡੇ ਬੈਠੇ, ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀ ਬੈਠੇ, ਪਰ ਗੁਰਗੱਦੀ ਦੀ ਜੋਤ ਤਾਂ ਇਲਾਹੀ ਹੈ। ਤੇ ਪ੍ਰਿਥੀ ਚੰਦ ਨੂੰ ਆਉਂਦਾ ਕੁਝ ਨਹੀਂ ਸੀ ਮਾਇਆ ਦਾ ਹਿਸਾਬ ਕਿਤਾਬ ਤੇ ਹੇਰਾ ਫੇਰੀ ਕਰਨ ਤੋਂ ਬਗੈਰ। ਇਹਨੂੰ ਇਹੀ ਮਾਣ ਸੀ, ਕਹਿੰਦਾ ਮੇਰੇ ਵਰਗਾ ਪ੍ਰਬੰਧਕ ਕੋਈ ਨਹੀਂ ਹੈ। ਇਹਨੂੰ ਪ੍ਰਬੰਧਕ ਹੋਣ ਦਾ ਹੰਕਾਰ ਸੀ, ਕਹਿੰਦਾ ਮੇਰੇ ਵਰਗੀ ਮੈਨੇਜਮੈਂਟ ਕੋਈ ਕਰ ਹੀ ਨਹੀਂ ਸਕਦਾ। ਇਹ ਪ੍ਰਬੰਧਕਾਂ ਦੇ ਵਿੱਚੋਂ ਪਹਿਲਾਂ ਸਭ ਤੋਂ ਇਹਨੇ ਆਵਾਜ਼ ਮਾਰੀ ਵੀ ਮੈਂ ਪ੍ਰਬੰਧਕ ਹਾਂ। ਉਹ ਪ੍ਰਿਥੀ ਚੰਦ ਤੋਂ ਹੀ ਇਹ ਕੰਮ ਚੱਲਿਆ। ਫਿਰ ਤੇ ਇਹ ਲਿਖਣਾ ਕੀ ਸੀ, ਨੀਵੀਂ ਪਾ ਕੇ ਬਹਿ ਗਿਆ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਲਿਆਓ 5 ਪੈਸੇ ਲਲੇਰ। ਮਹਾਰਾਜ ਨੇ 5 ਪੈਸੇ ਲਲੇਰ ਮੰਗਾਏ, ਆਪ ਉੱਠ ਖੜੋਤੇ, ਆਪਣੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਖਤ ਤੇ ਬਿਠਾ ਲਿਆ। ਬਿਠਾਲ ਕੇ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਕੋ ਗੁਰਗੱਦੀ ਦਾ ਤਿਲਕ ਲਵਾਇਆ। ਆਪ 5 ਪੈਸੇ ਲਲੇਰ ਲੈ ਕੇ ਨਮਸਕਾਰ ਕੀਤੀ, ਪਰਿਕਰਮਾ ਕੀਤੀ ਤੇ ਹੁਕਮ ਕੀਤਾ ਵੀ ਸਾਡੇ ਤੋਂ ਬਾਅਦ ਹੁਣ ਇਹ ਗੁਰੂ ਨਾਨਕ ਸਾਹਿਬ ਦੀ ਜੋਤ 5ਵੇਂ ਥਾਂ ਤੇ ਇਹਨਾਂ ਵਿੱਚ ਨਿਵਾਸ ਕਰੇਗੀ। ਤੇ ਉਦੋਂ ਫਿਰ ਸਤਿਗੁਰਾਂ ਨੇ ਕਿਹਾ ਵੀ ਪੁੱਤਰ ਜੀ ਜੋ ਚਿੱਠੀਆਂ ਲਿਖੀਆਂ ਸਨ ਇਹ 3 ਪਦੇ ਵੀ ਸਾਨੂੰ ਸੁਣਾਓ। ਤੇ ਹੁਣ ਆਪਣੀ ਨਾਨਕ ਨਾਮ ਦੀ ਮੋਹਰ ਲਾ ਕਰਕੇ ਕਹਿੰਦੇ ਵੀ ਸ਼ਬਦ ਨੂੰ ਸੰਪੂਰਨ ਕਰੋ। ਫਿਰ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ 3 ਪਦੇ ਜਿਹੜੇ ਆਪਾਂ ਪਹਿਲਾਂ ਸੁਣੇ ਨੇ ਇਹ ਵੀ ਉਚਾਰ ਕੇ ਉੱਥੇ, ਅਤੇ ਫਿਰ ਇਹ ਚੌਥਾ ਪਦਾ ਉਚਾਰਨ ਕਰਕੇ ਨਾਨਕ ਨਾਮ ਦੀ ਮੋਹਰ ਲਾ ਕੇ ਸ਼ਬਦ ਸੰਪੂਰਨ ਕੀਤਾ। ਭਾਗ ਹੋਆ ਗੁਰ ਸੰਤ ਮਿਲਾਇਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਾਡਾ ਕੋਈ ਭਾਗ ਹੀ ਉਦੇ ਹੋਇਆ, ਕੋਈ ਚੰਗਾ ਭਾਗ ਕਹਿੰਦੇ ਵੀ ਪ੍ਰਗਟ ਹੋ ਆਇਆ ਹੈ। ਗੁਰ ਸੰਤ ਮਿਲਾਇਆ। ਇੱਥੇ ਸੰਤ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਜੋ ਸੰਤ ਬਾਬਾ ਬੁੱਢਾ ਸਾਹਿਬ ਆਦਿਕ ਗੁਰ ਸਿੱਖਾਂ ਨੇ ਲਿਆ ਕੇ ਸਾਨੂੰ ਲਾਹੌਰ ਤੋਂ ਸਾਡੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਸਾਨੂੰ ਮਿਲਾਇਆ, ਮੇਲ ਦਿੱਤਾ ਹੈ। ਪ੍ਰਭ ਅਬਨਾਸੀ ਘਰ ਮਹਿ ਪਾਇਆ। ਅਤੇ ਪ੍ਰਭ ਅਬਨਾਸੀ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਨੂੰ ਅਸੀਂ ਆਪਣੇ ਘਰ ਦੇ ਵਿੱਚ ਹੀ ਆ ਕਰਕੇ ਫੇਰ ਪਾਇਆ, ਪ੍ਰਾਪਤ ਕਰ ਲਿਆ। ਇਸੇ ਪ੍ਰਕਾਰ ਭਾਗ ਹੋਆ ਗੁਰ ਸੰਤ ਮਿਲਾਇਆ। ਮਹਾਰਾਜ ਕਹਿੰਦੇ ਸਾਡਾ ਕੋਈ ਭਾਗ ਚੰਗਾ ਕੰਮ ਜਿਹੜਾ ਕਰਮ ਹੈ ਸਾਡਾ ਕੋਈ ਪਿਛਲਾ ਉਹ ਅੱਗੇ ਆ ਗਿਆ। ਨਹੀਂ ਤਾਂ ਸਾਡੇ ਕੀ ਕਹਿੰਦੇ ਵੀ ਕੋਈ ਐਸੀ ਕਮਾਈ ਤਾਂ ਹੈ ਨਹੀਂ ਹੈ। ਵੇਖੋ ਕਮਾਈ ਕਿੰਨੀ ਹੈ ਪਾਤਸ਼ਾਹ ਦੀ, ਪਰ ਫਿਰ ਵੀ ਕਹਿੰਦੇ ਵੀ ਇਹ ਕੋਈ ਚੰਗਾ ਕਰਮ ਹੀ ਅੱਗੇ ਆਇਆ ਸਾਡਾ। ਅਸਲ 'ਚ ਕਮਾਈ ਸੀ ਮਹਾਰਾਜ ਦੀ, ਬਹੁਤ ਸੇਵਾ, ਬਹੁਤ ਪ੍ਰੇਮ ਸੀ, ਪਰ ਫਿਰ ਵੀ ਕਹਿੰਦੇ ਆ ਵੀ ਸਾਡੀ ਕਮਾਈ ਨਹੀਂ, ਇਹਦਾ ਭਾਗ ਹੋਆ, ਕੋਈ ਭਾਗ ਹੀ ਵੀ ਸਾਡਾ ਉਦੇ ਹੋਇਆ। ਗੁਰ ਸੰਤ ਮਿਲਾਇਆ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸੰਤ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਮਿਲਾ ਦਿੱਤਾ। ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਤੇ ਗੁਰੂ ਰਾਮਦਾਸ ਸਾਹਿਬ ਗੁਰਾਂ ਦੀ ਕਿਰਪਾ ਸਦਕਾ ਸੀ ਜੋ ਪ੍ਰਭੂ ਸਮਰੱਥ ਦੇ ਅਬਿਨਾਸੀ ਨਾਸ ਤੋਂ ਰਹਿਤ ਵਾਹਿਗੁਰੂ ਹੈ ਉਹਨੂੰ ਅਸੀਂ ਆਪਣੇ ਘਰ ਹਿਰਦੇ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਭਾਵ ਸਾਨੂੰ ਅੰਦਰੋਂ ਮਾਲਕ ਦੀ ਜੋਤ ਦੇ ਦਰਸ਼ਨ ਹੋ ਆਏ, ਅਨੁਭਵ ਹੋ ਗਿਆ। ਸੇਵ ਕਰੀ ਪਲ ਚਸਾ ਨਾ ਵਿਛੋੜਾ। ਤੇ ਜਦੋਂ ਗੁਰਿਆਈ ਤੇ ਬੈਠ ਵੀ ਗਏ ਨਾ ਤੇ ਉਦੋਂ ਵੀ ਗੁਰੂ ਰਾਮਦਾਸ ਸਾਹਿਬ ਸਾਹਮਣੇ ਖਲੋਤੇ ਸਨ। ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਹੇ ਗੁਰੂ ਰਾਮਦਾਸ ਸਾਹਿਬ ਜੀ ਸੇਵ ਕਰੀ, ਕਿਰਪਾ ਕਰੋ ਸਾਨੂੰ ਸੇਵਾ ਦੀ ਹੀ ਦਾਤ ਬਖਸ਼ੋ। ਅਸੀਂ ਸੇਵਾ ਹੀ ਮੰਗਦੇ ਹਾਂ ਤੁਹਾਡੇ ਕੋਲ ਵੀ ਸਦਾ ਸੇਵਾ ਹੀ ਕਰਦੇ ਰਹੀਏ ਪਾਤਸ਼ਾਹ ਜੀ ਆਪ ਜੀ ਦੀ। ਪਲ ਚਸਾ ਨਾ ਵਿਛੜਾ।
ਤੇ ਪਲ ਦੇ ਵਿੱਚੋਂ ਚਸਾ ਜਿੰਨਾ ਸਮਾਂ ਵੀ, ਥੋੜੇ ਤੋਂ ਥੋੜਾ ਸਮਾਂ ਵੀ, ਅੱਖ ਝਮਕਣ ਜਿੰਨਾ ਸਮਾਂ ਵੀ ਮਹਾਰਾਜ ਤੁਹਾਡੇ ਕੋਲੋਂ ਵਿਛੋੜਾ ਨਾ ਪਵੇ। ਅਸੀਂ ਹੁਣ ਵਿਛੜੀਏ ਨਾ ਕਦੀ, ਸੇਵਾ ਕਰਦੇ ਰਹੀਏ, ਸਦਾ ਤੁਹਾਡੀ ਹਜ਼ੂਰੀ 'ਚ ਹਾਜ਼ਰ ਰਹੀਏ, ਕਦੀ ਵਿਛੜੀਏ ਨਾ। ਜਨ ਨਾਨਕ ਦਾਸ ਤੁਮਾਰੇ ਜੀਓ। ਤੇ ਪੰਚਮ ਪਾਤਸ਼ਾਹ ਕਹਿੰਦੇ ਵੀ ਮੈਂ ਜਨ ਦਾਸ, ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਚਰਨਾਂ ਦੇ ਮਹਾਰਾਜ ਜੀ ਉਹ ਭੌਰੇ ਹਾਂ, ਆਪ ਜੀ ਦੇ ਕਮਲ ਵਰਗੇ ਚਰਨਾਂ ਦੇ ਭੌਰਿਆਂ ਦੀ ਨਿਆਈ ਹੈ। ਤੁਹਾਡੀ ਦਰ ਦੀ ਸੇਵਾ ਕਰਨ ਵਾਲੇ ਅਸੀਂ ਮਹਾਰਾਜ ਨਿਮਾਣੇ ਜੇ ਸੇਵਾਦਾਰ ਹਾਂ ਜੀ। ਇਹ ਕਿਰਪਾ ਕਰੋ ਨਾ ਤੁਹਾਡੇ ਤੋਂ ਵਿਛੜੀਏ ਤੇ ਸਦਾ ਸੇਵਾ ਕਰਦੇ ਰਹੀਏ ਆਪ ਦੀ। ਹਉ ਘੋਲੀ ਜੀਓ ਘੋਲ ਕੁਮਾਈ। ਮਹਾਰਾਜ ਮੈਂ ਬਾਣੀ ਕਰਕੇ ਆਪ ਜੀ ਤੋਂ ਕੁਰਬਾਨ ਹਾਂ, ਆਪਣਾ ਜੀਓ ਹਿਰਦਾ ਵੀ ਆਪ ਤੋਂ ਬਲਹਾਰ ਕਰਦਾ ਹਾਂ, ਅਤੇ हे ਪਾਤਸ਼ਾਹ ਜੀ ਸਰੀਰ ਕਰਕੇ ਵੀ ਆਪ ਜੀ ਤੋਂ ਸਦਕੇ ਵਾਰਣੇ ਜਾਣੇ ਹਾਂ। ਜਨ ਨਾਨਕ ਦਾਸ ਤੁਮਾਰੇ ਜੀਓ। ਅਸੀਂ ਤਾਂ ਮਹਾਰਾਜ ਜੀ ਉਹ ਜਨ ਨਿਮਾਣੇ ਜੇ ਸੇਵਕ, ਮੈਂ ਨਾਨਕ ਜਨ ਦਾਸ ਤੁਮਾਰੇ ਜੀਓ। हे ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਾਹਿਗੁਰੂ, हे ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਾਸ ਹਾਂ, ਤੁਹਾਡੇ ਚਰਨਾਂ ਦੇ ਨਿਮਾਣੇ ਜੇ ਸੇਵਕ ਹਾਂ, ਇਹ ਸਾਡੇ ਤੇ ਕਿਰਪਾ ਕਰੋ। ਘੋਲੀ ਤੋਂ ਸਾਧ ਸੰਗਤ ਭਾਵ ਹੁੰਦਾ ਹੈ ਵੀ ਸਦਕੇ ਜਾਣਾ, ਤੇ ਕਮਾਈ ਦਾ ਭਾਵ ਹੁੰਦਾ ਹੈ ਵੀ ਵਾਰਣੇ ਜਾਣਾ। ਭਾਵ ਅਰਥ ਉਹੀ ਹੋ ਗਿਆ ਵੀ ਸਦਕੇ ਹੋ ਜਾਣਾ, ਕੁਰਬਾਨ ਹੋ ਜਾਣਾ, ਵਾਰਨੇ ਜਾਣਾ, ਪਰਕੰਮਿਆਂ ਕਰਨੀ, ਭਾਵ ਆਪਣਾ ਆਪ ਗੁਰੂ ਦੇ ਚਰਨਾਂ ਤੇ ਹੀ ਰੱਖ ਦੇਣਾ ਵੀ ਸਾਹਿਬ ਜੀ ਸਭ ਕੁਝ ਤੁਹਾਡਾ ਹੀ ਹੈ। ਸੋ ਐਵੇਂ ਪੰਜਵੇਂ ਪਾਤਸ਼ਾਹ ਨੇ ਜਦੋਂ ਇਹ ਚੌਥਾ ਪਦਾ ਉਚਾਰਿਆ ਤੇ ਇਹਦੇ ਵਿੱਚ ਸੇਵਾ ਮੰਗੀ ਨਾ, ਮਹਾਰਾਜ ਸਾਨੂੰ ਸੇਵਾ ਹੀ ਦਿਓ, ਤਾਂ ਫਿਰ ਗੁਰੂ ਰਾਮਦਾਸ ਸਾਹਿਬ ਨੇ ਉਦੋਂ ਕਿਹਾ ਸੀ ਵੀ ਤੁਹਾਨੂੰ ਸੇਵਾ ਮੰਗਦੇ ਹੋ ਤਾਂ ਸੇਵਾ ਦਿੰਦੇ ਆ। ਕਹਿੰਦੇ ਵੀ ਇਹ ਜੋ ਸਰੋਵਰ ਹੈ ਇਹਨੂੰ ਪੱਕਿਆਂ ਕਰਨਾ ਹੈ, ਤੁਸੀਂ ਇਹਨੂੰ ਡੂੰਘਾ ਕਰਕੇ ਹੋਰ ਵੱਡਿਆਂ ਕਰਕੇ ਪੱਕਿਆਂ ਕਰੋ, ਇਹਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ, ਅਤੇ ਹੋਰ ਨਾਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੁੱਲ 5 ਸਰੋਵਰ ਦੀ ਜਿਹੜੀ ਸੰਪੂਰਨਤਾ ਰਚਨਾ ਕਰਨੀ ਹੈ। ਸਾਡੇ ਗੁਰਾਂ ਦਾ ਸਾਨੂੰ ਨਕਸ਼ਾ ਦਿੱਤਾ, ਜਿਵੇਂ ਉਹ ਚੌਥੇ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੂੰ ਸਾਰਾ ਜਣਾ ਦਿੱਤਾ ਵੀ ਇਸ ਨਕਸ਼ੇ ਦਾ ਹੀ ਸਾਰਾ ਇਸ ਅਸਥਾਨ ਤੇ ਹਰਿਮੰਦਰ ਪ੍ਰਗਟ ਕਰਨਾ, ਸਥਾਨ ਪ੍ਰਗਟ ਕਰਨਾ, ਇੱਥੇ ਇੱਥੇ ਸਰੋਵਰ ਲਾਉਣੇ ਹੈ। ਤੇ ਪੰਜਵੇਂ ਪਾਤਸ਼ਾਹ ਨੇ ਸੇਵਾ ਹੀ ਮੰਗੀ ਸੀ ਇਹ ਚੌਥੇ ਪਦੇ ਵਿੱਚ। ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਤੇ ਨਾਲ ਹੀ ਗਿਆ ਸੀ ਸਾਰੇ ਸਤਿਗੁਰਾਂ ਦੀ ਬਾਣੀ ਇਕੱਤਰ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜਹਾਜ਼ ਰਚਣਾ ਹੈ, ਇਹ ਤੁਹਾਨੂੰ ਸੇਵਾ ਦਿੰਦੇ ਹੈ। ਇਵੇਂ ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰਿਆਈ ਗੱਦੀ ਦੇ ਕੇ ਪੰਜਵੇਂ ਸਤਿਗੁਰਾਂ ਨੂੰ, ਇੱਥੋਂ ਸਤਿਗੁਰੂ ਜੀ ਗੋਂਦਵਾਲ ਸਾਹਿਬ ਆ ਗਏ ਸਨ, ਇੱਕ ਰਾਤ ਇੱਥੇ ਰਹੇ, ਅਗਲੇ ਦਿਨ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਇਹ ਇਤਿਹਾਸਕ ਸ਼ਬਦ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਆਪਣੇ ਅੰਦਰ ਦਾ ਪ੍ਰੇਮ ਜਣਾਇਆ, ਜਿਵੇਂ ਪਰਖ ਹੋਈ ਤੇ ਜਿਵੇਂ ਗੁਰਤਾ ਗੱਦੀ ਪ੍ਰਾਪਤ ਹੋਈ, ਇਹਨਾਂ ਦੋਵਾਂ ਦਾ ਸੁਮੇਲ ਇਸ ਸ਼ਬਦ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਮੁੱਖ ਭਾਵ ਦੇ ਵਿੱਚ ਇਹੀ ਆ। ਅੰਤਰੀ ਭਾਵ ਦੇ ਵਿੱਚ ਜਗਿਆਸੂ ਦੀ ਵੀ ਬੇਨਤੀ ਹੈ, ਜਗਿਆਸੂ ਬੇਨਤੀਆਂ ਕਰਦਾ ਰਹਿੰਦਾ, ਮਹਾਰਾਜ ਦਰਸ਼ਨ ਕਰਨ ਦੇ ਲਈ ਸਾਡਾ ਮਨ ਲੋਚਦਾ ਹੈ, ਬੜੇ ਜਨਮਾਂ ਤੋਂ ਦਰਸ਼ਨ ਦੀਦਾਰ ਨਹੀਂ ਹੋਏ, ਕਿਰਪਾ ਕਰੋ ਤੁਹਾਡੇ ਦਰਸ਼ਨ ਹੋਣ, ਤੁਹਾਡੀ ਸੇਵਾ ਕਰਦੇ ਰਹੀਏ, ਤੁਹਾਡੇ ਤੋਂ ਕਦੀ ਸਾਡਾ ਵਿਛੜਨਾ ਨਾ ਹੋਵੇ, ਅਸੀਂ ਸਦਾ ਹੀ ਤੁਹਾਡੇ ਸੇਵਕ ਬਣ ਕੇ ਕੁਰਬਾਨ ਬਲਹਾਰ ਜਾਈਏ। ਇਸ ਤਰ੍ਹਾਂ ਦਾ ਜਗਿਆਸੂ ਭਾਵ ਦੇ ਵਿੱਚ ਵੀ ਵਿਦਵਾਨ ਅਰਥ ਕਰਦੇ ਨੇ। ਸਤਿਗੁਰੂ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ, ਬਖਸ਼ ਲੈਣਾ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚਸਾ ਨ ਵਿਛੁੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਘੋਲੀ ਜੀਓ ਘੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।